हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਹ ਜੋ ਟੌਪਿਕ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਹੇ ਨੇ, ਗੁਰਮਤ ਕਾਵਿ, ਸੂਫੀ ਕਾਵਿ, ਵੀਰ ਕਾਵਿ, ਵਾਰਤਕ ਕਾਵਿ, ਕਹਾਣੀ ਵਾਲਾ ਭਾਗ, ਇਕਾਂਗੀ ਕਾਰ, ਇਹ ਸਭ ਚੀਜ਼ਾਂ ਜਿਹੜੀਆਂ ਅੱਜ ਦੀ ਕਲਾਸ ਵਿੱਚ ਅਸੀਂ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ। ਤਾਂ ਸਟਾਰਟ ਕਰਦੇ ਹਾਂ ਜੀ। ਪਹਿਲਾ ਭਾਗ ਹੈ ਗੁਰਮਤ ਕਾਵਿ। ਗੁਰਮਤ ਕਾਵਿ ਦੇ ਵਿੱਚ ਪਹਿਲਾਂ ਤਾਂ ਅਸੀਂ 10 ਤੇ 10 ਗੁਰੂਆਂ ਨੇ ਦੇ ਜੀਵਨ ਬਿਉਰੇ ਨੂੰ ਜਾਣਾਂਗੇ। ਦੇਖੋ ਜੀ, ਇਹ ਜੋ ਸਲਾਈਡ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ, ਇੱਥੇ ਵਿਚਕਾਰ ਗੁਰੂ ਦਾ ਨੇਮ ਲਿਖਿਆ ਹੋਇਆ, ਠੀਕ ਹੈ ਜੀ, ਗੁਰੂ ਦਾ ਨਾਂ, ਅਤੇ ਇਹ ਆਲੇ ਦੁਆਲੇ ਉਸਦੇ ਪਰਿਵਾਰ ਦੀ ਜਾਣਕਾਰੀ ਦਿੱਤੀ ਗਈ ਹੈ, ਠੀਕ ਹੈ। ਇਸ ਦੇ ਵਿੱਚੋਂ ਵੀ ਤੁਹਾਡੇ ਇਸੇ ਤਰ੍ਹਾਂ ਨੰਬਰ ਪੱਕੇ ਹੋ ਜਾਣਗੇ। ਜਿਵੇਂ ਕਿ ਦੇਖੋ ਜੀ, ਗੁਰੂ ਨਾਨਕ ਦੇਵ ਜੀ, ਇਹਨਾਂ ਦੇ ਮਾਤਾ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਅਤੇ ਇਸ ਤੋਂ ਬਿਨਾਂ ਇਹਨਾਂ ਦੀ ਪਤਨੀ ਦਾ ਨਾਂ ਸੀ ਸੁਲੱਖਣੀ ਅਤੇ ਇਹਨਾਂ ਦੇ ਸਪੁੱਤਰਾਂ ਦਾ ਨਾਂ ਸੀ ਸ਼੍ਰੀ ਚੰਦ ਅਤੇ ਲਖਮੀ ਦਾਸ। ਇਸ ਤੋਂ ਬਾਅਦ ਦੂਸਰੇ ਗੁਰੂ ਅੰਗਦ ਦੇਵ ਜੀ, ਤਾਂ ਇਹਨਾਂ ਦੇ ਪਿਤਾ ਦਾ ਨਾਂ ਫੇਰੂਮਲ ਅਤੇ ਮਾਤਾ ਦਾ ਨਾਂ ਦਇਆ ਕੌਰ ਸੀ। ਇਹਨਾਂ ਦੀ ਪਤਨੀ ਦਾ ਨਾਂ ਸੀ ਜੀ ਬੀਬੀ ਖੀਵੀ ਅਤੇ ਇਹਨਾਂ ਦੇ ਸਪੁੱਤਰਾਂ ਦਾ ਨਾਂ ਸੀ ਦਾਤੂ, ਦਾਸੂ ਅਤੇ ਸਪੁੱਤਰੀ ਸੀ ਅਮਰੋ। ਤਾਂ ਇਸ ਤਰੀਕੇ ਨਾਲ ਇਹਨਾਂ ਦੇ ਇਹ ਪੂਰੇ ਪਰਿਵਾਰ ਦਾ ਵੇਰਵਾ ਆਪਾਂ ਨੇ ਇੱਕੋ ਸਲਾਈਡ ਦੇ ਵਿੱਚ ਕਵਰ ਕਰ ਦਿੱਤਾ ਹੈ। ਨੈਕਸਟ ਤੀਸਰੇ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ, ਇਹਨਾਂ ਦੇ ਪਿਤਾ ਦਾ ਨਾਂ ਸੀ ਤੇਜਭਾਨ ਅਤੇ ਮਾਤਾ ਦਾ ਨਾਂ ਸੀ ਵਖਤ ਕੌਰ ਅਤੇ ਇਹਨਾਂ ਦੀ ਪਤਨੀ ਦਾ ਨਾਂ ਸੀ ਜੀ ਮਨਸਾ ਦੇਵੀ। ਅਤੇ ਇਹਨਾਂ ਦੇ ਸਪੁੱਤਰ ਮੋਰੀ ਅਤੇ ਮੋਹਨ ਸੀ। ਇਹਨਾਂ ਦੀ ਦੋ ਸਪੁੱਤਰੀਆਂ ਸਨ ਦਾਨੀ ਅਤੇ ਭਾਨੀ। ਉਸ ਤੋਂ ਬਾਅਦ ਜੋ ਭਾਨੀ ਸੀ ਉਸ ਦੇ ਨਾਲ ਰਿਸ਼ਤਾ ਹੋ ਜਾਂਦਾ ਜੀ ਗੁਰੂ ਰਾਮਦਾਸ ਜੀ ਦਾ, ਜੋ ਚੌਥੇ ਗੁਰੂ ਬਣੇ, ਠੀਕ ਹੈ। ਰਾਮਦਾਸ ਤੋਂ ਬਾਅਦ ਚੌਥੇ ਗੁਰੂ ਬਣੇ ਸੀ। ਅਮਰਦਾਸ ਤੋਂ ਬਾਅਦ ਚੌਥੇ ਗੁਰੂ ਰਾਮਦਾਸ ਬਣੇ। ਇਹਨਾਂ ਨੇ ਗੁਰਗੱਦੀ ਸੰਭਾਲੀ ਸੀ। ਤਾਂ ਇਹਨਾਂ ਦੇ ਪਿਤਾ ਨਾਂ ਹਰੀਦਾਸ ਅਤੇ ਮਾਤਾ ਦਾ ਨਾਂ ਦਇਆ ਕੌਰ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦਾ ਅੱਗੇ ਵੇਰਵਾ ਆ ਜਾਂਦਾ ਹੈ। ਇਸ ਦੇ ਵਿੱਚ ਇਹਨਾਂ ਦੇ ਸਪੁੱਤਰ ਸਨ ਮਹਾਦੇਵ, ਪ੍ਰਿਥੀ ਚੰਦ ਅਤੇ ਅਰਜਨ ਦੇਵ ਜੀ। ਤਾਂ ਅਰਜਨ ਦੇਵ ਸੀ ਜਿਹੜੇ ਉਹ ਪੰਜਵੇਂ ਗੁਰੂ ਬਣੇ, ਠੀਕ ਹੈ ਜੀ। ਇਸ ਤਰ੍ਹਾਂ ਇਹ ਪੰਜਵੇਂ ਗੁਰੂ ਰਾਮਦਾਸ ਤੋਂ ਬਾਅਦ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੇ ਸੰਭਾਲੀ, ਠੀਕ ਹੈ ਜੀ। ਇਹ ਪੰਜਵੇਂ ਗੁਰੂ ਸਨ। ਇਹਨਾਂ ਦੇ ਪਰਿਵਾਰ ਦਾ ਵੇਰਵਾ ਇਸ ਤਰ੍ਹਾਂ ਹੋਏਗਾ। ਇਹਨਾਂ ਦੇ ਪਿਤਾ ਦਾ ਨਾਂ ਰਾਮਦਾਸ ਅਤੇ ਮਾਤਾ ਦਾ ਨਾਂ ਬੀਬੀ ਭਾਨੀ ਅਤੇ ਇਹਨਾਂ ਦੀ ਪਤਨੀ ਦਾ ਨਾਂ ਮਾਤਾ ਗੰਗਾ ਜੀ। ਅਤੇ ਉਸ ਤੋਂ ਬਿਨਾਂ ਇਹਨਾਂ ਦੇ ਸਪੁੱਤਰ ਸਨ ਗੁਰੂ ਹਰਗੋਬਿੰਦ ਜੀ। ਤਾਂ ਹਰਗੋਬਿੰਦ ਜੀ ਦੀਆਂ ਸਪਤਨੀਆਂ ਦੇ ਨਾਂ ਦਮੋਦਰੀ ਅਤੇ ਨਾਨਕੀ ਸਨ। ਇਹਨਾਂ ਦੇ ਸਪੁੱਤਰ ਦਾ ਨਾਂ ਸੀ ਗੁਰੂ ਤੇਗ ਬਹਾਦਰ, ਅਣੀ ਰਾਏ, ਬੀਰੋ ਇਹਨਾਂ ਦੀ ਸਪੁੱਤਰੀ ਸੀ, ਅਤੇ ਭਾਈ ਗੁਰਦੱਤਾ ਜੀ। ਤਾਂ ਇਸ ਤਰੀਕੇ ਨਾਲ ਇਹ ਪੂਰਾ ਆਪਾਂ ਨੂੰ ਸਟਰਕਚਰ ਸਮਝਾਇਆ ਤੁਹਾਨੂੰ ਵੀ ਇਹਨਾਂ ਦੇ ਤੁਸੀਂ ਰਿਲੇਸ਼ਨ ਵੀ ਫਾਈਂਡ ਕਰ ਸਕੋਗੇ ਵੀ ਕਿਹੜੇ ਗੁਰੂ ਦਾ ਕੀ ਰਿਸ਼ਤਾ ਸੀ ਦੂਸਰੇ ਨਾਲ, ਠੀਕ ਹੈ। ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਡਾਇਗਰਾਮ ਦੇ ਥਰੂ, ਠੀਕ ਹੈ ਜੀ। ਤਾਂ ਭਾਈ ਗੁਰਦੱਤਾ ਜੀ ਦੇ ਸਪੁੱਤਰ ਦਾ ਨਾਂ ਸੀ ਹਰ ਰਾਏ ਦੀ ਪਤਨੀ ਦਾ ਨਾਂ ਸੀ ਸੁਲੱਖਣੀ। ਅਤੇ ਇਸ ਤਰ੍ਹਾਂ ਇਹਨਾਂ ਦੇ ਅੱਗੇ ਪੁੱਤਰ ਸਨ ਰਾਮ ਰਾਏ ਅਤੇ ਹਰਕ੍ਰਿਸ਼ਨ ਜੀ। ਤਾਂ ਇਹ ਇਸ ਤਰ੍ਹਾਂ 8ਵੇਂ ਗੁਰੂ ਤੱਕ ਜਿਹੜੀ ਗੁਰਗੱਦੀ ਸੀ ਉਹ ਇੱਕੋ ਪਰਿਵਾਰ ਦੇ ਵਿੱਚ ਇੱਦਾਂ ਹੀ ਚੱਲੀ ਆ ਰਹੀ ਸੀ, ਠੀਕ ਹੈ, ਚੌਥੇ ਤੋਂ ਸ਼ੁਰੂ ਹੋ ਕੇ। ਤਾਂ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਗੁਰੂ ਤੇਗ ਬਹਾਦਰ ਜੀ, ਠੀਕ ਹੈ ਜੀ। ਤਾਂ ਗੁਰੂ ਤੇਗ ਬਹਾਦਰ ਜੀ ਅਤੇ ਇਹਨਾਂ ਦੀ ਪਤਨੀ ਦਾ ਨਾਂ ਸੀ ਮਾਤਾ ਗੁਜਰੀ ਜੀ। ਤੁਸੀਂ ਇੱਥੇ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ, ਠੀਕ ਹੈ ਜੀ। ਇਹਨਾਂ ਦੇ ਜਿਹੜੇ ਰਿਲੇਸ਼ਨ ਨੇ ਇਹਨਾਂ ਨੂੰ ਤੁਸੀਂ ਮਤਲਬ ਫਾਈਂਡ ਆਊਟ ਕਰ ਲਿਓ। ਕਈ ਵਾਰ ਇਹਨਾਂ ਦੇ ਵਿੱਚੋਂ ਡਾਇਰੈਕਟ ਸਵਾਲ ਬਣ ਜਾਂਦਾ, ਠੀਕ ਹੈ। ਇਸ ਨੂੰ ਨੋਟ ਕਰ ਲਓ, ਸਕਰੀਨਸ਼ਾਟ ਲੈ ਕੇ ਰੱਖ ਲਓ। ਅਦਰਵਾਈਜ਼ ਤੁਸੀਂ ਇਸ ਦੀ PDF ਪ੍ਰਾਪਤ ਕਰਨੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਕੰਟੈਕਟ ਨੰਬਰ ਮਿਲ ਜਾਏਗਾ, ਠੀਕ ਹੈ ਜੀ। ਤਾਂ 9ਵੇਂ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਇਹਨਾਂ ਦੇ ਪਤਨੀ ਸਨ। ਅਤੇ ਇਸ ਤੋਂ ਬਾਅਦ ਇਹਨਾਂ ਦੇ ਸਪੁੱਤਰ ਦਾ ਨਾਂ ਸੀ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ ਜੀ। ਤਾਂ ਇਹਨਾਂ ਦੀਆਂ ਸਪਤਨੀਆਂ ਮਾਤਾ ਸੁੰਦਰੀ, ਸਾਹਿਬ ਕੌਰ ਅਤੇ ਮਾਤਾ ਜੀਤੋ, ਠੀਕ ਹੈ। ਅਤੇ ਇਹਨਾਂ ਦੇ ਸਪੁੱਤਰ ਸਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ 4 ਸਾਹਿਬਜ਼ਾਦੇ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਆਪਾਂ ਜੋ ਟੂ ਦਾ ਪੁਆਇੰਟ ਆਪਾਂ ਨੇ ਗੱਲ ਕਰਨੀ ਸੀ ਉਸ ਦੇ ਅਕੋਰਡਿੰਗ ਗੁਰਮਤਿ ਕਾਵਿ ਦੇ ਵਿੱਚ ਜੋ ਤੁਹਾਨੂੰ ਕਵੀ ਨੇ, ਠੀਕ ਹੈ, ਤਾਂ ਉਹ ਕਵੀ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ। ਇਹਨਾਂ ਦਾ ਆਪਾਂ ਥੋੜ੍ਹਾ ਜਿਹਾ ਵਿਊਰਾ ਜ਼ਿਆਦਾ ਜਾਣਾਂਗੇ ਕਿਉਂਕਿ ਇੰਪੋਰਟੈਂਸ ਬਣਦੀ ਹੈ ਇਹਨਾਂ ਦੀ, ਠੀਕ ਹੈ। ਇਹਦੇ ਵਿੱਚੋਂ ਸਵਾਲ ਪੱਕਾ ਬਣੇਗਾ। ਤਾਂ ਇਹਨਾਂ ਦਾ ਜਨਮ 1469 ਈਸਵੀ ਨੂੰ ਹੋਇਆ ਸੀ। 15 ਅਪ੍ਰੈਲ ਵੀ ਤੁਹਾਨੂੰ ਬਹੁਤੀ ਥਾਂ 'ਤੇ ਲਿਖਿਆ ਮਿਲੇਗਾ, ਠੀਕ ਹੈ। 15 ਅਪ੍ਰੈਲ, 14 ਅਪ੍ਰੈਲ, ਠੀਕ ਹੈ ਜੀ। ਅਦਰਵਾਈਜ਼ ਆਪਾਂ ਇੱਕ ਗੱਲ ਹੋਰ ਯਾਦ ਰੱਖਿਓ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਇਹਨਾਂ ਦਾ ਜਨਮ ਦਿਨ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ। ਨਨਕਾਣਾ ਸ਼ੇਖੂਪੁਰਾ ਰਾਏਪੁਰ ਦੀ ਤਲਵੰਡੀ ਵਿਖੇ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਅਤੇ ਇਹਨਾਂ ਦੀ ਭੈਣ ਬੀਬੀ ਨਾਨਕੀ, ਸੁਪਤਨੀ ਸੁਲੱਖਣੀ ਜੋ ਬਟਾਲੇ ਨਾਲ ਸੰਬੰਧ ਰੱਖਦੀ ਸੀ, ਬਟਾਲੇ ਦੇ ਰਹਿਣ ਵਾਲੇ ਸੀ। ਦੋਸਤ ਸੀ ਇਸ ਦਾ ਭਾਈ ਮਰਦਾਨਾ ਜੀ। ਅਤੇ ਜਨੇਊ ਦੀ ਰਸਮ ਸੀ ਜਿਹੜੀ ਉਹ ਪੰਡਿਤ ਹਰਦਿਆਲ ਨੇ ਕੀਤੀ ਸੀ। ਅਸੀਂ ਸਿਰਫ ਤੁਹਾਨੂੰ ਮੇਨ ਜਿਹੜੇ ਪੁਆਇੰਟ ਨੇ ਉਹ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ, ਠੀਕ ਹੈ। ਤਾਂ 1475 ਦੇ ਵਿੱਚ ਇਹਨਾਂ ਨੂੰ ਪੰਡਿਤ ਗੋਪਾਲ ਕੋਲ ਪੜ੍ਹਾਈ ਦੇ ਲਈ ਭੇਜਿਆ ਗਿਆ ਸੀ,
ठीक है जी। तो इस तो बिना जेकर आप गल करिए इन्हां दी बाणी दी तो श्री गुरु ग्रंथ साहिब दे विच गुरु नानक देव जी ने 19 रागां दे विच बाणी दर्ज की है, तो 19 रागां दे विच इन्हां दी बाणी मिलती है। इस तो बिना जेकर आप गल करिए शब्दां दी गिनती बारे मतभेद यह चलता है। बहुतियां किताबां दे विच आपां नूं 974 भी मिलता है, ठीक है जी। तो बहुतियां किताबां दे विच आपां नूं 976 भी मिलता है। तुसीं ऑप्शन के अकॉर्डिंग चलियो, ऑप्शन दे विच जो भी तुहानूं मिले, ठीक है, वो ही सिलेक्ट कर लियो। तो इस तरह इन्हां दे शब्द श्री गुरु ग्रंथ साहिब दे विच 976 ਜਾਂ 75 ਮੰਨ ਸਕਦੇ हैं, ठीक है जी। इस तो बिना आपां गल करिए 12 माह की, तो जिहड़ा 12 माह है इस दे बारे भी तुसीं डाउट च ना रहियो। 12 माह दो ने, ठीक है जी। पहले गुरु यानी कि गुरु नानक देव जी का जिहड़ा 12 माह है वह तुखारी राग दे विच है, इहनूं याद रखण दा यही तरीका है, ठीक है जी। तो नाम सेम ने रचनावां दे 12 माह, ठीक है। जिहड़ा तुखारी राग दे विच है यह गुरु नानक देव जी की रचना है, इदां याद रख सकते हो। नानक दे विच 3 अखर ने जी, ठीक है, नानक दे विच 3 अखर ने, तो तुखारी दे विच भी 3 अखर ने, ठीक है। ये चीज़ ध्यान दे जरूर रखियो। शंत रूप दे विच ते इहदे 17 पदे ने, ठीक है। इस दे विच कुदरत ते प्रभु का जिक्र आया है। इस तो बिना गल करिए एक चीज़ होर इंपोर्टेंट बन जाती है, भाई गुरदास दीआं वारां नूं गुरबाणी की कुंजी कहा जाता है। यह एक इंपोर्टेंट चीज़ है, इसनूं भी ध्यान दे तुसीं जरूर रखना है। इस तो बिना गल करते आपां श्री गुरु नानक देव जी की एक कह सकते आप एक मशहूर रचना जी वो गागन मैथाल, जिस दे विच वो कुदरत की आरती नाल संबंधित रचना है जी ये, ठीक है। वो की आखते हैं भी जिहड़ा पूरा आसमान है, पूरा गगन है, वो एक थाल की तरह है, जिस दे विच सूरज ते चंद ने जिहड़े वो दीप यानी कि दीवियां की तरह ने, तारे ने जिहड़े वो मोतियां की तरह ने। इस तरह वो इत्थे गुरु नानक देव जी की करते हैं, मतलब मूर्ति पूजा का खंडन करते हुए ये कहते हैं भी कुदरत ऑटोमैटिकली ही प्रभु की आरती कर रही है, भी आपां नूं थालां दे विच दीवे सजा के आरती करने की लोड़ ही नहीं, ठीक है जी। इस तो बिना इन्हां दी एक इंपोर्टेंट रचना जी जपजी साहिब। तो जपजी साहिब बारे ये पूछा जाता भी यह किस राग दे विच है, तो यह राग रहत है, ठीक है। तो जेकर पौड़ियाँ पूछे जान तो इसदियाँ कुल पौड़ियाँ 38 ने, ठीक है। तो 2 श्लोक ने, 38 पौड़ियाँ ने। जपजी साहिब का विशा की है, ईश्वर की महिमा यानी कि प्रभु की वडियाई की गई है, ठीक है। जपजी साहिब ते सिद्ध गोष्ठ ने जिहड़ियां दार्शनिक बाणियां ने, ये चीज़ भी इंपोर्टेंट है, याद रखियो। इस तो बिना आप गल करते हैं जपजी साहिब बारे, यह कि जी मूल मंत्र का सार है, ठीक है। तो मूल मंत्र जिहड़ा वो शुरू दे विच दर्ज है, ठीक है। श्री गुरु ग्रंथ साहिब दी शुरुआत मूल मंत्र तो होंदी है, जपजी साहिब बाणी तो आपां कह सकते होंदी है, ठीक है जी। श्री राग तो होंदी है, एक राग भी कई बार पुछ लिया जाता है, चीज़ भी इंपोर्टेंट है, याद रखियो। तो पावन गुरु पाणी पिता, ठीक है, जिहड़ी यह रचना है ये भी जपजी साहिब का ही हिस्सा है। गुरु नानक देव जी की बाणी के 2949 बंद ने। तो इस तो बिना इन्हां दियां 3 वारां ने जो मोस्ट इंपोर्टेंट चीज़ बन जाती है। पहली वार है जी आसा दी वार। आसा दी वार दे विच 24 पौड़ियाँ ने, ठीक है जी। 58 श्लोक ने। यह 58 श्लोकों के विचों जिहड़े 46 श्लोक ने जी वो तो पहले गुरु दे ने, गुरु नानक देव जी के ने, ठीक है। तो जिहड़े 12 श्लोक ने वो बाकी 5 गुरुआं दे ने, ठीक है। यह एक इंपोर्टेंट चीज़ बन गई, इन ध्यान दे जरूर रखियो। तो इस तो बाद दूसरी वार है जी माझ दी वार। तो माझ दी वार दे विच 27 पौड़ियाँ ने ਅਤੇ 58 श्लोक ने। ये ਜਿਹੜੇ 58 श्लोक ने ਇਹਦੇ ਵਿੱਚੋਂ 46 गुरु पहले गुरु ਦੇ ਨੇ, गुरु नानक देव जी ਦੇ ਨੇ, ਅਤੇ बाकी 12 ਜਿਹੜੇ ਉਹ बाकी 5 गुरुआं ਦੇ ਨੇ, ठीक है जी। इस तो बिना ਜਿਹੜੀ तीसरी वार है जी मलार दी वार, ਇਹਦੇ ਵਿੱਚੋਂ 27 पौड़ियाँ ने ਅਤੇ 29 श्लोक ने, ठीक है जी। 24 ने ਜਿਹੜੇ ਇਸ ਦੇ ਵਿੱਚੋਂ पहले गुरु ਦੇ ਨੇ, ਅਤੇ बाकी ਜਿਹੜੇ 5 ਰਹਿ गए ਇਹ 5 गुरुआं ਦੇ ਨੇ, ठीक है जी। तो इस तरीके नाल ਆਪਾਂ ਨੇ ਇਹ 3 ਵਾਰਾਂ ਦਾ पूरा बेरवा डिस्कस कर लिया, ठीक है जी। कुछ होर चीज़ां जिवें कि गुरु ग्रंथ साहिब दे विच कुल 22 वारां ने, जिस दे विचों 21 गुरुआं दीआं अते 1 सत्ते बलवंड दी है। सिद्ध गोष्ठ एक दार्शनिक बाणी आपां डिस्कस कर चुके हैं, बस आपां मेन चीज़ां डिस्कस करांगे। 5 अलाउणियां दी रचना की है वडहंस राग दे विच। इस तो बिना इन्हां दीआं कुछ होर रचनावां जिवें सोहिला, पहरे, वणजारे, अलाउणियां, सतवारे, घोड़ियां, वावन अखरी, सोदर, ठीक है। सोदर है रस शाम की बाणी है। आरती, शंत, रेखता, मारू, सोहले, ठीक है जी। सोहले का अर्थ होंदा जी 16 पंक्तियां वाली कविता। 22 सोहले रचे ने गुरु जी ने, जिस दे विचों 12 ने जिहड़े वो मारू राग दे विच ने, 10 ने जिहड़े वो दक्षिणी राग दे विच ने। ये चीज़ इदां याद रखी जा सकती है, 10 दद्दे तो शुरू होंदा दक्षिणी, ठीक है। तो मारू, ठीक है, उहदे च रारा आ गया, तो 12 दे विच भी पिछे रारा आंदा है, ठीक है। इस तो बाद दक्षिणी ओंकार की गल करिए, ये 54 पदे ने, रामकली राग दे विच है। इन्ना डीपली तुहानूं एक बार असीं एक्सप्लेन कर रहे हैं, ठीक है। मोटा मोटा तुसीं नाल नोट जरूर कर सकते हो, ठीक है। थेती यह बिलावल राग दे विच है, इस दे विच 20 बंद ने। सूरज ते चंद की चाल नाल संबंधित है। आस है जिहड़ी यह
ਸਵੇਰ ਦੀ ਬਾਣੀ ਹੈ ਜੀ, ਸੋ ਕਿਉ ਮੰਦਾ ਆਖੀਏ ਇਸ ਦਾ ਹਿੱਸਾ ਹੈ। ਇਸ ਤੋਂ ਬਿਨਾਂ ਸੋਧਰ ਰਹਿਰਾਸ ਸ਼ਾਮ ਦੀ ਬਾਣੀ ਹੈ। ਕੁਚੱਜੀ ਅਤੇ ਸੁਚੱਜੀ ਰਾਗ ਸੂਹੀ ਦੇ ਵਿੱਚ ਅਸਾਮ ਦੇ ਕਾਮਰੂਪ ਜਾਦੂਗਰਨੀ ਨਾਲ ਇਹ ਚੀਜ਼ ਸੰਬੰਧਿਤ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਾਫੀਆਂ। ਠੀਕ ਹੈ, 3 ਕਾਫੀਆਂ ਨੇ ਗੁਰੂ ਦੀਆਂ। ਬਾਬਰ ਬਾਣੀ, ਤਾਂ ਬਾਬਰ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਬਾਬਰ ਦੀ ਤੀਸਰੀ ਜੰਗ ਨੂੰ ਪਾਪ ਦੀ ਜੰਸ ਕਹਿ ਰਹੇ ਨੇ। ਠੀਕ ਹੈ, ਉਹ ਆਖ ਰਹੇ ਨੇ ਪਾਪ ਕੀ ਜੰਸ ਲੈ ਕਾਬਲ ਉਤਾਇਆ, ਇੱਦਾਂ ਉਹ ਤੁਕ ਵਿੱਚ ਇਸ ਦੇ ਵਿੱਚ ਸ਼ਾਮਲ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਉਦਾਸੀਆਂ ਦੀ। ਤਾਂ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਸੀ ਜਿਹੜੀਆਂ ਇਹ ਕੀਤੀਆਂ ਸੀ। ਪਹਿਲੀ ਉਦਾਸੀ ਸੀ ਜਿਹੜੀ ਇਹ ਪੂਰਬ ਵੱਲ ਸੱਯਦਪੁਰ ਤੋਂ ਸਟਾਰਟ ਕੀਤੀ ਸੀ। ਇਸ ਤੋਂ ਬਿਨਾਂ ਦੂਸਰੀ ਉਦਾਸੀ ਸੀ ਜਿਹੜੀ ਇਹ ਜਿਸ ਦੇ ਵਿੱਚ ਉਹ ਸੱਜਣ ਠੱਗ ਨੂੰ ਮਿਲਦੇ ਨੇ। ਠੀਕ ਹੈ, ਤਾਂ ਇਹ ਦੱਖਣ 'ਚ ਰਾਜਸਥਾਨ ਵੱਲ ਕੀਤੀ ਸੀ। ਅਤੇ ਤੀਸਰੀ ਉਦਾਸੀ ਜਿਹੜੀ ਉੱਤਰ ਵੱਲ ਕੀਤੀ, ਕਾਂਗੜਾ ਤੋਂ ਸ਼ੁਰੂ ਕੀਤੀ। ਚੌਥੀ ਉਦਾਸੀ ਜਿਹੜੀ ਪੱਛਮ ਵੱਲ ਮੱਕਾ ਤੋਂ ਸ਼ੁਰੂ ਕੀਤੀ। ਅਤੇ ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ ਕੁਝ ਹੋਰ ਚੀਜ਼ਾਂ ਕਿ ਜਿਵੇਂ ਗੁਰੂ ਨਾਨਕ ਕਾਲ, ਇਹ 1500 ਤੋਂ 1700 ਤੱਕ ਦੇ ਸਮੇਂ ਨੂੰ ਕਿਹਾ ਜਾਂਦਾ ਹੈ। 1500 ਤੋਂ ਪਹਿਲਾਂ ਵਾਲੇ ਸਮੇਂ ਨੂੰ ਪੂਰਬ ਨਾਨਕ ਕਾਲ ਅਤੇ ਬਾਅਦ ਵਾਲੇ ਸਮੇਂ ਨੂੰ ਉੱਤਰ ਨਾਨਕ ਕਾਲ ਕਿਹਾ ਜਾਂਦਾ ਹੈ। ਸਮਕਾਲੀ ਰਾਜੇ ਸਿਕੰਦਰ ਲੋਧੀ, ਇਬਰਾਹਿਮ ਲੋਧੀ, ਬਾਬਰ ਅਤੇ ਹਮਾਯੂੰ ਨੇ। ਠੀਕ ਹੈ, ਇਹ ਚੀਜ਼ਾਂ ਇੰਪੋਰਟੈਂਟ ਬਣ ਜਾਂਦੀਆਂ ਨੇ। ਕਰਤਾਰਪੁਰ 1521 ਈਸਵੀ ਦੇ ਵਿੱਚ ਵਸਾਇਆ ਸੀ। ਜੋਤੀ ਜੋਤ ਸਮਾ ਗਏ ਸੀ 1539 ਈਸਵੀ ਦੇ ਵਿੱਚ ਕਰਤਾਰਪੁਰ ਵਿਖੇ। ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ 19 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ੁਰੂਆਤ ਹੈ ਉਹ ਸ੍ਰੀ ਰਾਗ ਤੋਂ ਹੁੰਦੀ ਹੈ। ਠੀਕ ਹੈ, ਇਹ ਚੀਜ਼ਾਂ ਇੰਪੋਰਟੈਂਟ ਨੇ। ਇਸ ਤੋਂ ਬਿਨਾਂ ਇਹਨਾਂ ਦੀਆਂ ਕੁਝ ਇੰਪੋਰਟੈਂਟ ਸਤਰਾਂ ਨੇ, ਤੁਸੀਂ ਇਹਨਾਂ ਨੂੰ ਜ਼ਰੂਰ ਦੇਖੋ ਜੀ। ਠੀਕ ਹੈ, ਤਾਂ ਇਹ ਸਤਰਾਂ ਨੇ ਜਿਹੜੀਆਂ ਜਿਵੇਂ ਸਖੀਓ ਸਹੀ ਲੜੀਓ, ਹੱਕ ਪਰਾਇਆ ਨਾਨਕਾ, ਰੋਟੀ ਕਾਰਨ ਪੂਰੇ ਤਾਲ, ਮਿੱਠਤ ਨੀਵੀਂ ਨਾਨਕਾ, ਪੜ੍ਹਿਆ ਮੂਰਖ ਆਖੀਏ। ਤਾਂ ਇਹ ਕੁਝ ਇੰਪੋਰਟੈਂਟ ਸਤਰਾਂ ਨੇ ਇਹਨਾਂ ਦੀਆਂ, ਇਹਨਾਂ ਨੂੰ ਇੱਦਾਂ ਹੀ ਯਾਦ ਰੱਖਿਓ ਤੁਸੀਂ। ਠੀਕ ਹੈ, ਕਈ ਵਾਰ ਇਹ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ, ਜਿਵੇਂ ਇਹ ਮੋਸਟ ਇੰਪੋਰਟੈਂਟ ਚੀਜ਼ ਹੈ ਪਾਵਨ ਗੁਰੂ ਪਾਣੀ ਪਿਤਾ। ਠੀਕ ਹੈ, ਇਹ ਕਿਸ ਦੀ ਰਚਨਾ ਇੱਦਾਂ ਤੁਹਾਨੂੰ ਪੁੱਛ ਲਿਆ ਜਾਂਦਾ ਹੈ। ਸੋ ਕਿਉ ਮੰਦਾ ਆਖੀ ਇੱਕ ਮੋਸਟ ਇੰਪੋਰਟੈਂਟ ਚੀਜ਼ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਆਪਣੀ ਪਹਿਲੇ ਗੁਰੂ ਨਾਨਕ ਦੇਵ ਜੀ ਨੂੰ ਕੰਪਲੀਟ ਕਰ ਲਿਆ ਹੈ। ਇਸ ਤੋਂ ਬਾਅਦ ਆਪਾਂ ਤੀਸਰੇ ਗੁਰੂ ਬਾਰੇ ਪੜ੍ਹਾਂਗੇ ਜੀ, ਗੁਰੂ ਅਮਰਦਾਸ ਜੀ। ਤਾਂ ਗੁਰੂ ਅਮਰਦਾਸ ਜੀ ਦਾ ਜੀਵਨ ਕਾਲ ਹੈ ਜਿਹੜਾ ਇਹ 1479 ਦੇ ਵਿੱਚ ਜਨਮ ਹੋਇਆ ਅਤੇ 1574 ਈਸਵੀ ਦੇ ਵਿੱਚ ਇਹਨਾਂ ਦਾ ਇਹ ਜੋਤੀ ਜੋਤ ਸਮਾ ਗਏ ਸੀ। ਅਤੇ ਜੇਕਰ ਆਪਾਂ ਗੱਲ ਕਰੀਏ ਜਨਮ ਸਥਾਨ ਬਾਰੇ, ਬਾਸਰਕੇ ਵਿਖੇ ਹੋਇਆ ਸੀ ਇਹਨਾਂ ਦਾ ਜਨਮ ਅਤੇ ਜੋਤੀ ਜੋਤ ਗੋਇੰਦਵਾਲ ਸਾਹਿਬ ਵਿਖੇ ਸਮਾਏ ਸੀ। ਅੰਗਦ ਦੇਵ ਤੋਂ ਬਾਅਦ ਇਹਨਾਂ ਨੂੰ ਗੁਰਗੱਦੀ ਮਿਲੀ ਸੀ। 1552 ਤੋਂ 1574 ਤੱਕ ਗੁਰਗੱਦੀ ਇਹਨਾਂ ਨੇ ਸੰਭਾਲੀ ਸੀ। ਮੰਜੀ ਪ੍ਰਥਾ ਚਲਾਈ ਸੀ, ਜੋ ਇੱਕ ਮੋਸਟ ਇੰਪੋਰਟੈਂਟ ਚੀਜ਼ ਹੈ। ਠੀਕ ਹੈ, ਮੰਜੀ ਪ੍ਰਥਾ, 22 ਮੰਜੀਆਂ ਦੀ ਸਥਾਪਨਾ ਇਹਨਾਂ ਨੇ ਕੀਤੀ ਸੀ। ਇਹ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਇਸ ਤੋਂ ਬਾਅਦ ਗੱਲ ਆ ਜਾਂਦੀ ਜੀ ਸ਼ਹਿਰ ਵਸਾਇਆ। ਤਾਂ ਸ਼ਹਿਰ ਸੀ ਜਿਹੜਾ ਉਹ ਗੋਇੰਦਵਾਲ ਵਸਾਇਆ ਸੀ ਇਹਨਾਂ ਨੇ, ਜ਼ਿਲ੍ਹਾ ਤਰਨਤਾਰਨ ਵਿਖੇ। ਗੋਇੰਦਵਾਲ ਸਾਹਿਬ ਵਿਖੇ 1559 'ਚ ਬਿਆਸ ਕਿਨਾਰੇ ਬਾਉਲੀ ਦਾ ਨਿਰਮਾਣ ਕਰਵਾਇਆ ਸੀ, ਜਿਸ ਦੇ ਵਿੱਚ 84 ਪੌੜੀਆਂ ਸੀ। ਠੀਕ ਹੈ ਜੀ। ਲੰਗਰ ਪ੍ਰਥਾ ਦਾ ਵਿਸਥਾਰ ਕਰਵਾਇਆ, ਪੰਗਤ ਪ੍ਰਥਾ ਦਾ ਪ੍ਰਚਾਰ ਕਰਵਾਇਆ। ਆਪ ਦੇ ਅਨੁਸਾਰ ਕੀ ਸੀ ਕਿ ਸੰਗਤ ਤੋਂ ਪਹਿਲਾਂ ਪੰਗਤ, ਇਹ ਇਹਨਾਂ ਨੇ ਇੱਕ ਮਤਲਬ ਕਹਿ ਲਓ ਵੀ ਵਿਚਾਰ ਦਿੱਤਾ ਸੀ। ਇਹਨਾਂ ਦੇ ਸਮਕਾਲੀ ਰਾਜੇ ਸੀ ਅਕਬਰ, ਉੱਤਰਾਧਿਕਾਰੀ ਰਾਮਦਾਸ। ਠੀਕ ਹੈ ਜੀ। ਅਤੇ ਇਹਨਾਂ ਦੀਆਂ ਰਚਨਾਵਾਂ ਆਨੰਦ ਸਾਹਿਬ, ਪੱਟੀ, ਅਲਾਉਣੀ, 4 ਵਾਰਾਂ ਅਤੇ 17 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਤੇ ਇਸ ਤੋਂ ਬਿਨਾਂ ਆਨੰਦ ਸਾਹਿਬ ਦੀ ਰਚਨਾ ਤੀਸਰੇ ਗੁਰੂ ਨੇ ਕੀਤੀ ਸੀ। ਅਤੇ ਇੱਕ ਲਾਵਾਂ ਪੜ੍ਹੀਆਂ ਜਾਂਦੀਆਂ ਨੇ ਆਨੰਦ ਕਾਰਜ ਵੇਲੇ, 4 ਲਾਵਾਂ, ਤਾਂ ਉਹਨਾਂ ਦੀ ਰਚਨਾ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ਹੈ। ਇਹ ਇੱਕ ਇੰਪੋਰਟੈਂਟ ਚੀਜ਼ ਹੈ, ਇਹਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਹੋਰ ਪ੍ਰਮੁੱਖ ਰਚਨਾਵਾਂ ਆਨੰਦ ਪਾਇਆ ਮੇਰੀ ਮਾਏ, ਇਹ ਸਰੀਰਾ ਮੇਰਿਆ, ਕਿਰਪਾ ਕਰਕੇ ਬਖਸ਼ ਲੈ। ਤਾਂ ਇਹ ਕੁਝ ਇਹਨਾਂ ਦੀਆਂ ਇੰਪੋਰਟੈਂਟ ਸਤਰਾਵਾਂ ਨੇ। ਠੀਕ ਹੈ, ਇਸ ਤਰ੍ਹਾਂ ਤੁਹਾਨੂੰ ਸਤਰ ਪੁੱਛੀ ਜਾ ਸਕਦੀ ਹੈ, ਰਚਨਾ ਦਾ ਨਾਂ ਹੈ, ਟੈਗ ਇੱਕ ਹੈ ਨਾ, ਉਹ ਪੁੱਛਿਆ ਜਾ ਸਕਦਾ ਹੈ। ਤਾਂ ਇਹ ਚੀਜ਼ਾਂ ਇੰਪੋਰਟੈਂਟ ਨੇ, ਇਹਨਾਂ ਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਬਾਰੇ। ਤਾਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਕਾਲ ਸੀ ਜਿਹੜਾ, ਇਹਨਾਂ ਦਾ ਜਨਮ 15 ਅਪ੍ਰੈਲ 1563 ਈਸਵੀ 'ਚ ਹੋਇਆ ਅਤੇ ਜੋਤੀ ਜੋਤ ਸਮਾਏ ਸੀ ਜੀ ਇਹ 1606 ਈਸਵੀ ਦੇ ਵਿੱਚ। ਇਹਨਾਂ ਨੂੰ ਤੱਤੀ ਤਵੀ 'ਤੇ ਠਾ ਕੇ ਸ਼ਹੀਦ ਕੀਤਾ ਗਿਆ ਸੀ, ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਜਨਮ ਸਥਾਨ ਸੀ ਇਹਨਾਂ ਦਾ ਗੋਇੰਦਵਾਲ ਅਤੇ ਮੌਤ ਦਾ ਸਥਾਨ ਸੀ ਜੀ ਲਾਹੌਰ। ਗੁਰਗੱਦੀ ਦਾ ਸਮਾਂ ਸੀ, ਇਹਨਾਂ ਨੇ ਗੁਰਗੱਦੀ ਸੰਭਾਲੀ ਸੀ 1581 ਤੋਂ 1606 ਈਸਵੀ ਤੱਕ। 1590 ਈਸਵੀ ਵਿੱਚ ਤਰਨਤਾਰਨ ਅਤੇ 1594 ਈਸਵੀ ਦੇ ਵਿੱਚ ਇਹਨਾਂ ਨੇ ਕਰਤਾਰਪੁਰ ਸ਼ਹਿਰ ਵਸਾਇਆ ਸੀ। ਇਹ ਕਰਤਾਰਪੁਰ ਅਲੱਗ ਹੈ, ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇਹ ਉਹ ਨਹੀਂ ਹੈਗਾ ਗੁਰੂ ਨਾਨਕ ਦੇਵ ਜੀ ਵਾਲਾ ਅਲੱਗ ਸੀ। ਠੀਕ ਹੈ, ਤਾਂ ਇਹ ਇਸ ਤਰ੍ਹਾਂ ਪੰਜਵੇਂ ਗੁਰੂ ਨੇ ਤਰਨਤਾਰਨ ਅਤੇ ਕਰਤਾਰਪੁਰ, ਇਹ 2 ਸਥਾਨ ਸੀ ਜਿਹੜੇ ਇਹ ਵਸਾਏ ਸੀ। ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਚੌਥੇ ਗੁਰੂ ਰਾਮਦਾਸ ਜੀ ਨੇ ਮਤਲਬ ਸ਼ਹਿਰ ਵਸਾਇਆ ਸੀ ਅੰਮ੍ਰਿਤਸਰ, ਅਤੇ ਉਸ ਦਾ ਨਾਮ ਪਹਿਲਾਂ ਰੱਖਿਆ ਗਿਆ ਸੀ ਰਾਮਦਾਸਪੁਰਾ।
ਪਰ ਉੱਥੇ ਜਿਹੜੇ ਕੰਮ ਅਧੂਰੇ ਸੀ ਉਹਨਾਂ ਕੰਮਾਂ ਨੂੰ ਪੂਰਾ ਕਰਵਾਇਆ ਸੀ, ਜਿਵੇਂ ਕਿ ਉਸ ਵਿੱਚ ਉੱਥੇ ਉਸ ਸਥਾਨ 'ਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਉਣਾ, ਸਰੋਵਰਾਂ ਦੀ ਉੱਥੇ ਜਿਹੜਾ ਪੂਰਾ ਸਿਸਟਮ ਸੀ ਉਹ ਬਣਾਉਣਾ, ਉਹਨਾਂ ਦੀ ਖੁਦਾਈ ਪੂਰੀ ਕਰਵਾਉਣਾ। ਤਾਂ ਇਸ ਤਰ੍ਹਾਂ ਜਿਹੜੇ ਕੰਮ ਪੂਰੇ ਸੀ ਉਹ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕਰਵਾਏ ਸੀ। ਠੀਕ ਹੈ ਜੀ। ਤਾਂ ਅੰਮ੍ਰਿਤਸਰ ਵਿਖੇ 3 ਸਰੋਵਰਾਂ ਦੀ ਖੁਦਾਈ ਕਰਵਾਈ ਸੀ। ਅੰਮ੍ਰਿਤ, ਇੱਕ ਸਰੋਵਰ ਦਾ ਨਾਂ ਸੀ ਅੰਮ੍ਰਿਤ, ਇੱਕ ਦਾ ਨਾਂ ਸੀ ਸੰਤੋਖ। ਸਰ ਦਾ ਅਰਥ ਹੁੰਦਾ ਸਰੋਵਰ। ਠੀਕ ਹੈ। ਅੰਮ੍ਰਿਤ ਸਰ ਬਣ ਗਿਆ ਉਹ, ਸੰਤੋਖ ਸਰ, ਰਾਮਸਰ। ਤਾਂ ਇਹਨਾਂ ਦੀ ਖੁਦਾਈ ਪੂਰੀ ਕਰਵਾਈ ਸੀ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੀ। ਇਸ ਦੀ ਨੀਂਹ ਕਿਸ ਨੇ ਰੱਖੀ ਸੀ? ਇਹ ਇੱਕ ਇੰਪੋਰਟੈਂਟ ਪ੍ਰਸ਼ਨ ਬਣਦਾ ਜੀ। ਠੀਕ ਹੈ। ਤਾਂ ਮੀਆਂ ਮੀਰ ਤੋਂ ਰਖਵਾਈ ਗਈ ਸੀ, ਜੋ ਕਿ ਇੱਕ ਮੁਸਲਿਮ ਸੂਫੀ ਸੰਤ ਸਨ। ਅਤੇ ਇਸ ਤੋਂ ਬਿਨਾਂ ਆਪਾਂ ਗੱਲ ਕਰੀਏ, ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ ਹੇਠ 1604 ਈਸਵੀ ਵਿੱਚ ਆਦਿ ਗ੍ਰੰਥ ਦਾ ਸੰਪਾਦਨ ਸੰਪੂਰਨ ਕੀਤਾ ਸੀ ਅਤੇ 16 ਅਗਸਤ 1604 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਉੱਥੇ ਪ੍ਰਕਾਸ਼ ਹੋਇਆ ਸੀ, ਜਿਸ ਦੇ ਪਹਿਲੇ ਗ੍ਰੰਥੀ ਸੀ ਉਹ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ, ਇਹਨਾਂ ਦੀ ਇੱਕ ਪ੍ਰਮੁੱਖ ਰਚਨਾ ਹੈ ਜੀ ਸੁਖਮਨੀ ਸਾਹਿਬ। ਠੀਕ ਹੈ। ਸੁਖਮਨੀ ਸਾਹਿਬ ਇਹਨਾਂ ਦੀ ਸ਼ਾਹਕਾਰ ਰਚਨਾ ਹੈ, ਜਿਹਨੂੰ ਸੁੱਖਾਂ ਦੀ ਮਣੀ ਜਾਂ ਸ਼ਾਂਤੀ ਦਾ ਜ਼ਬੂਰ ਕਿਹਾ ਜਾਂਦਾ ਹੈ। ਇਹ ਇੱਕ ਇੰਪੋਰਟੈਂਟ ਚੀਜ਼ ਹੈ, ਇਹ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਦਸਵੰਧ ਦੀ ਸ਼ੁਰੂਆਤ ਕੀਤੀ ਸੀ ਇਸ ਗੁਰੂ ਨੇ। ਦਸਵੰਧ ਦਾ ਅਰਥ ਹੁੰਦਾ ਹੈ ਕਿ ਆਮਦਨ ਦਾ 10ਵਾਂ ਹਿੱਸਾ ਨੇ ਜਿਹੜੇ ਉਹ ਮਤਲਬ ਕਿ ਲੋਕ ਦਾਨ ਕਰਨਗੇ। ਠੀਕ ਹੈ ਵੀ, ਜਿਸ ਦੇ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਤਾਂ ਇਹ ਇੱਕ ਕਨਸੈਪਟ ਸੀ ਜਿਹੜਾ ਇਹ ਵੀ ਪੰਜਵੇਂ ਗੁਰੂ ਨੇ ਹੀ ਦਿੱਤਾ ਸੀ ਦਸਵੰਧ ਪ੍ਰਥਾ ਦਾ। ਸਮਕਾਲੀ ਰਾਜੇ ਸਨ ਇਹਨਾਂ ਦੇ ਅਕਬਰ ਅਤੇ ਜਹਾਂਗੀਰ, ਅਤੇ ਇਹਨਾਂ ਨੂੰ ਤੱਤੀ ਤਵੀ 'ਤੇ ਬਿਠਾ ਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਠੀਕ ਹੈ। ਤਾਂ ਇਹ ਸ਼ਹੀਦੀ ਪਾਉਣ ਵਾਲੇ ਪਹਿਲੇ ਗੁਰੂ ਸਨ। ਠੀਕ ਹੈ। ਮਤਲਬ ਕਿ ਬਾਕੀ ਜਿਹੜੇ ਗੁਰੂ ਸੀ ਉਹ ਜੋਤੀ ਸਮਾਏ ਸੀ ਕੁਦਰਤੀ ਤੌਰ 'ਤੇ, ਹੈ ਨਾ। ਅਤੇ ਇਹਨਾਂ ਨੂੰ ਮਤਲਬ ਜ਼ਬਰਦਸਤੀ ਸ਼ਹੀਦ ਕਹਿ ਲਓ ਵੀ, ਹੈ ਨਾ, ਸ਼ਹੀਦ ਕੀਤਾ ਗਿਆ ਸੀ। ਅਤੇ ਇਸੇ ਕਰਕੇ ਇਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ, ਜੋ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਇਸ ਤੋਂ ਬਿਨਾਂ ਰਚਨਾਵਾਂ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਹੈ ਜਿਹੜੀ ਉਹ ਗੁਰੂ ਅਰਜਨ ਦੇਵ ਜੀ ਦੀ ਹੈ। ਅਤੇ ਇਹਨਾਂ ਦੀਆਂ ਪ੍ਰਮੁੱਖ ਸਤਰਾਂ ਨੇ, ਕੁਝ ਰਚਨਾਵਾਂ ਨੇ, ਜਿਵੇਂ ਤੂੰ ਮੇਰਾ ਪਿਤਾ ਤੂੰ ਹੈ ਮਾਤਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ। ਤਾਂ ਇਸ ਤਰੀਕੇ ਨਾਲ ਇਹ ਰਚਨਾਵਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਪੂਰਾ ਵੇਰਵਾ ਜਿਹੜਾ ਇਸ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਗੁਰਮਤਿ ਕਾਵਿ ਦੇ ਵਿੱਚ ਆਪਾਂ ਨੇ ਇਹ 3 ਕਵੀ ਹੀ ਸ਼ਾਮਲ ਕੀਤੇ ਨੇ, ਜਾਂ ਕਹਿ ਲਓ ਵੀ 3 ਗੁਰੂ ਹੀ ਸ਼ਾਮਲ ਕੀਤੇ ਸੀ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਇੱਕ ਅੱਗੇ ਬੀਰ ਕਾਵਿ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜ਼ਿਕਰ ਕਰਾਂਗੇ। ਉਹਨਾਂ ਨੇ ਮਸੰਦ ਪ੍ਰਥਾ ਸੀ ਜਿਹੜੀ ਉਹ ਖਤਮ ਕੀਤੀ ਸੀ। ਠੀਕ ਹੈ। ਅਤੇ ਇਸ ਤੋਂ ਬਿਨਾਂ ਜਿਹੜੀ ਸ਼ੁਰੂਆਤ ਸੀ ਮਸੰਦ ਪ੍ਰਥਾ ਸੀ ਦੀ, ਉਹ ਚੌਥੇ ਗੁਰੂ ਨੇ ਕੀਤੀ ਸੀ, ਰਾਮਦਾਸ ਜੀ ਨੇ ਕੀਤੀ ਸੀ। ਇੱਕ ਇੰਪੋਰਟੈਂਟ ਚੀਜ਼ ਹੈ, ਕਈ ਵਾਰ ਇਹਦੇ ਵਿੱਚੋਂ ਵੀ ਪ੍ਰਸ਼ਨ ਬਣਦਾ ਹੈ ਜੀ। ਤਾਂ ਇਹ ਚੀਜ਼ ਨੂੰ ਵੀ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਅਗਲਾ ਭਾਗ ਹੈ ਜੀ ਸੂਫੀ ਕਾਵਿ। ਆਪਾਂ ਨੇ ਗੁਰਮਤਿ ਕਾਵਿ ਨੂੰ ਹੀ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਰਨਾ ਸੀ, ਇੰਪੋਰਟੈਂਟ ਚੀਜ਼ ਸੀ ਇਹ। ਬਾਕੀਆਂ ਨੂੰ ਆਪਾਂ ਸੰਖੇਪ ਦੇ ਵਿੱਚ ਹੀ ਦੇਖਦੇ ਚੱਲਾਂਗੇ। ਤਾਂ ਸੂਫੀ ਕਾਵਿ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਜੀ ਸ਼ੇਖ ਫਰੀਦ ਦਾ। ਇਹਨਾਂ ਨੂੰ ਅਲੱਗ-ਅਲੱਗ ਨਾਮ, ਜਿਵੇਂ ਕਿ ਕਈ ਵਾਰ ਸ਼ਕਰਗੰਜ, ਗੰਜ ਇਹ ਸ਼ੱਕਰ, ਅਤੇ ਬਾਬਾ ਫਰੀਦ ਕਿਹਾ ਜਾਂਦਾ ਹੈ। ਠੀਕ ਹੈ। ਅਤੇ ਇਹਨਾਂ ਦੀ ਮਤਲਬ ਬੋਲ ਸੀ, ਇੰਨੇ ਮਿੱਠੇ ਲੋਕ ਮੰਨਦੇ ਸੀ, ਹੈ ਨਾ, ਵੀ ਸ਼ੱਕਰ ਦੀ ਤਰ੍ਹਾਂ ਮਿੱਠੇ ਨੇ, ਤਾਂ ਹੀ ਇਹਨਾਂ ਨੂੰ ਸ਼ੱਕਰ ਗੰਜ ਕਿਹਾ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਇਹ ਇੰਪੋਰਟੈਂਟ ਚੀਜ਼ ਹੈ। ਅਤੇ 1173 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਅਤੇ 1266 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ। ਅਤੇ ਆਪ ਜੀ ਦੀ ਬਾਣੀ ਹੈ ਜਿਹੜੀ ਉਹ ਦਰਜ ਕਿੰਨੀ ਹੈ? ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰੀਦ ਨੇ 112 ਸ਼ਲੋਕ ਦਰਜ ਨੇ ਅਤੇ 4 ਸ਼ਬਦ ਦਰਜ ਨੇ, ਜੋ ਕਿ ਇੱਕ ਇੰਪੋਰਟੈਂਟ ਚੀਜ਼ ਹੈ ਜੀ। ਇਸ ਦੇ ਵਿੱਚੋਂ ਪ੍ਰਸ਼ਨ ਬਣਨ ਦੇ ਪੂਰੇ ਚਾਂਸ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਬਾਣੀ ਦਰਜ ਹੈ ਇਹਨਾਂ ਦੀ? 112 ਸ਼ਲੋਕ ਅਤੇ 4 ਸ਼ਬਦ। ਨੈਕਸਟ ਕਵੀ ਆ ਜਾਂਦੇ ਸ਼ਾਹ ਹੁਸੈਨ। ਸ਼ਾਹ ਹੁਸੈਨ ਦਾ ਜਨਮ ਸੀ ਜਿਹੜਾ ਇਹ 1539 ਦੇ ਵਿੱਚ ਹੋਇਆ, ਅਤੇ ਇਹਨਾਂ ਦੀ ਜਿਹੜੀ ਮੌਤ ਸੀ ਉਹ 1593 ਦੇ ਵਿੱਚ ਹੋਈ ਸੀ। ਇੱਥੇ ਯਾਦ ਰੱਖਣਾ ਈਜ਼ੀ ਹੋ ਜਾਂਦਾ ਹੈ, ਕਿਉਂਕਿ ਦੇਖੋ 39 ਇਸ ਦਾ ਉਲਟਾ ਕਰ ਦਿਓਗੇ 93। ਠੀਕ ਹੈ। ਤਾਂ ਉਲਟਾ ਹੋ ਗਿਆ ਨਾ, ਤਾਂ 1593। ਤਾਂ ਇਹ ਇੱਕ ਯਾਦ ਰੱਖਣ ਦਾ ਵੀ ਇੱਕ ਤਰੀਕਾ ਹੈ। ਇਸ ਦਾ ਇਹਨਾਂ ਦਾ ਬਚਪਨ ਦਾ ਨਾਂ ਸੀ ਜਿਹੜਾ ਇਹ ਸੀ ਜੀ ਮਾਧੋ ਲਾਲ ਹੁਸੈਨ। ਇੰਪੋਰਟੈਂਟ ਚੀਜ਼ ਹੈ, ਮਾਧੋ ਲਾਲ ਹੁਸੈਨ ਇਹਦਾ ਬਚਪਨ ਦਾ ਨਾਂ ਸੀ। ਇਹ ਮਲਾਮਤੀ ਸੰਪਰਦਾਇ ਨਾਲ ਸੰਬੰਧ ਰੱਖਦਾ ਸੀ, ਮਲਾਮਤੀ ਸੰਪਰਦਾਇ ਨਾਲ ਇਹਦਾ ਸੰਬੰਧ ਸੀ। ਪ੍ਰਮੁੱਖ ਰਚਨਾਵਾਂ ਨੇ ਜਿਵੇਂ ਕਿ ਗੁਲਾਮ, ਸ਼ਾਹ ਹੁਸੈਨ, ਸਭ ਕੁਛ ਮੇਰਾ, ਸਾਈਂ ਜਨਿੰਦੜਾ ਬੱਲ। ਇਹ ਰਚਨਾਵਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਸਾਈਂ ਜਨਿੰਦੜਾ ਬੱਲ ਇਹ ਭੁਲੇਖਾ ਪਾ ਦਿੰਦੀ ਹੈ ਕਈ ਵਾਰ ਵੀ ਆਪਾਂ ਇਹਨੂੰ 5ਵੇਂ ਗੁਰੂ ਦੀ ਰਚਨਾ ਗਿਣ ਲੈਂਦੇ ਹਾਂ, ਕਿਉਂਕਿ ਇਹਦੀਆਂ ਤੁੱਕਾਂ ਜੋ ਦੇਣਗੇ ਉਹ ਮਤਲਬ ਕਾਫੀ ਮੈਚ ਕਰਦੀਆਂ ਹੋਣਗੀਆਂ। ਠੀਕ ਹੈ, ਕੁਝ ਹੱਦ ਤੱਕ। ਅਤੇ ਉਸ ਤੋਂ ਬਾਅਦ ਹੈ ਜੀ ਬੁੱਲੇ ਸ਼ਾਹ। ਬੁੱਲੇ ਸ਼ਾਹ ਦੇ ਮੁਰਸ਼ਦ ਦਾ ਨਾਂ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਤਾਂ ਇਹਦੇ ਮੁਰਸ਼ਦ ਦਾ ਨਾਂ ਸੀ ਜੀ
ਸ਼ਾਹ ਇਨਾਇਤ ਕਾਦਰੀ। ਤੇ ਇਸ ਤੋਂ ਬਿਨਾਂ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਬੁੱਲਾ ਕੀ ਜਾਣਾ ਮੈਂ ਕੌਣ, ਇਸ਼ਕ ਦੀ ਨਵੀਓ ਨਵੀਂ ਬਹਾਰ, ਤੇ ਇੱਕ ਇਹਨਾਂ ਨੇ 12 ਮਾਹ ਦੀ ਰਚਨਾ ਕੀਤੀ ਸੀ, ਤੇ 156 ਇਹਨਾਂ ਨੇ ਕਾਫੀਆਂ ਸੀ ਜਿਹੜੀਆਂ ਉਹ ਰਚੀਆਂ ਸੀ। ਇਸ ਤੋਂ ਬਿਨਾਂ ਗੰਢਾਂ ਅਠਵਾਰੇ ਦੀ ਰਚਨਾ ਕੀਤੀ ਸੀ। ਇਹ ਕੁਝ ਇੰਪੋਰਟੈਂਟ ਚੀਜ਼ਾਂ ਨੇ। ਇਸ ਤੋਂ ਬਾਅਦ ਆਪਾਂ ਅਗਲਾ ਭਾਗ ਸ਼ੁਰੂ ਕਰਦੇ ਹਾਂ ਜੀ, ਕਿੱਸਾ ਕਾਵ। ਕਿੱਸਾ ਕਾਵ ਦੇ ਵਿੱਚ ਪੀਲੂ, ਤਾਂ ਪੀਲੂ ਦੀ ਜਿਹੜੀ ਪ੍ਰਸਿੱਧੀ ਸੀ ਉਹ ਮਿਰਜ਼ਾ ਸਾਹਿਬਾ ਦੇ ਕਿੱਸੇ ਕਰਕੇ ਹੋਈ ਸੀ। ਇਹਨਾਂ ਦੀ ਇੱਕ ਪ੍ਰਮੁੱਖ ਰਚਨਾ ਹੈ। ਤੇ ਜੇਕਰ ਆਪਾਂ ਪੀਲੂ ਦੇ ਜਨਮ ਬਾਰੇ ਗੱਲ ਕਰੀਏ, ਕੋਈ ਖਾਸ ਵੇਰਵਾ ਆਪਾਂ ਨੂੰ ਹਾਲੇ ਤੱਕ ਅਥੈਂਟਿਕੇਟ ਮਿਲਿਆ ਨਹੀਂ ਪ੍ਰਮਾਣਿਕ, ਪਰ ਕੁਝ ਕੁ ਤਾਂ ਮੰਨਣਾ ਵੀ ਇਹ ਬੈਰੋਵਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਤੇ ਜੇਕਰ ਆਪਾਂ ਗੱਲ ਕਰੀਏ ਇਸ ਦੀ ਪ੍ਰਸਿੱਧੀ ਦੀ, ਇਹ ਇੰਨਾ ਪ੍ਰਸਿੱਧ ਸੀ ਵੀ ਇਸ ਬਾਰੇ ਹਾਫਿਜ਼ ਵਰਖਰਦਾਰ ਕੀ ਲਿਖਦਾ ਹੈ, ਕਹਿੰਦਾ ਯਾਰੋ ਪਿੱਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ, ਜਿਹਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਧਰੇਨ। ਤਾਂ ਇਹ ਜਿਹੜੀ ਤੁਕ ਸੀ ਇਹ ਹਾਫਿਜ਼ ਵਰਖਰਦਾਰ ਨੇ ਲਿਖੀ ਸੀ। ਕਿਸ ਬਾਰੇ? ਪੀਲੂ ਨੂੰ ਸੰਬੋਧਨ ਕਰਦੇ ਹੋਏ ਇਹ ਲਿਖੀ ਸੀ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਪੀਲੂ ਦਾ ਜੋ ਕਿੱਸਾ ਸੀ ਮਿਰਜ਼ਾ ਸਾਹਿਬਾ, ਅੰਤ ਵਿੱਚ ਇਹ ਕੀ ਗੱਲ ਕਰਦਾ ਵੀ ਮਿਰਜ਼ੇ ਨੂੰ ਉਸਦੇ ਜਿਹੜਾ ਗੁਮਾਨ ਸੀ ਉਸਦੇ ਹੰਕਾਰ ਨੇ ਮਾਰਿਆ ਤੇ ਮੌਤ ਦੇ ਫਰਿਸ਼ਤੇ ਨੇ ਮਾਰਿਆ। ਲਾਸਟ ਵਿੱਚ ਉਹ ਇਹ ਚੀਜ਼ ਦੀ ਗੱਲ ਕਰਦਾ ਹੈ, ਠੀਕ ਹੈ, ਵੀ ਮਿਰਜ਼ੇ ਨੂੰ ਇੱਕ ਮੌਤ ਦਾ ਜਿਹੜਾ ਫਰਿਸ਼ਤਾ ਸੀ ਉਹ ਲੈ ਗਿਆ ਤੇ ਕੁਝ ਕੁ ਉਹਦਾ ਹੰਕਾਰ ਵੀ ਸੀ ਜਿਹੜਾ ਉਸ ਨੂੰ ਲੈ ਗਿਆ। ਤਾਂ ਇੱਦਾਂ ਉਹ ਗੱਲ ਕਰਦਾ ਹੈ। ਅਗਲਾ ਕਿੱਸਾਕਾਰ ਹੈ ਜੀ ਵਾਰਿਸ ਸ਼ਾਹ। ਤਾਂ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਸੀ ਉਹ ਸੀ ਜੀ ਹੀਰ ਰਾਂਝਾ, ਵਾਰਿਸ ਦੀ ਹੀਰ, ਕਈ ਵਾਰ ਆਪਾਂ ਇੱਦਾਂ ਕਹਿ ਦਿੰਦੇ ਹਾਂ ਹੈ ਨਾ। ਤਾਂ ਹੀਰ ਦਾ ਕਿੱਸਾ ਸੀ ਜਿਹੜਾ ਵਾਰਿਸ ਸ਼ਾਹ ਨੇ ਮਲਕ ਹੰਸ ਦੇ ਸਥਾਨ 'ਤੇ ਬੈਂਤ ਛੰਦ ਦੇ ਵਿੱਚ ਲਿਖਿਆ ਸੀ, ਠੀਕ ਹੈ। ਤਾਂ ਬੈਂਤ ਛੰਦ ਦੇ ਵਿੱਚ ਇਸ ਨੇ ਇਹ ਕਿੱਸਾ ਸੀ ਜਿਹੜਾ ਲਿਖਿਆ ਸੀ। ਤੇ ਇਸ ਦੇ ਮੁਰਸ਼ਦ ਦਾ ਨਾਂ ਸੀ ਜੀ ਮਖਦੂਮ ਮੁਰਤਜ਼ਾ, ਠੀਕ ਹੈ ਜੀ, ਮਖਦੂਮ ਮੁਰਤਜ਼ਾ ਇਸ ਦੇ ਮੁਰਸ਼ਦ ਦਾ ਨਾਮ ਸੀ। ਇਸ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ ਇੱਕ ਚੀਜ਼ ਹੋਰ ਜੋ ਖਾਸ ਭੁਲੇਖਾ ਪਾ ਦਿੰਦੀ ਹੈ, ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਬਾਰੇ ਕੀ ਲਿਖਿਆ, ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਿਤ ਕਬਰਾਂ ਵਿੱਚੋਂ ਬੋਲ। ਤਾਂ ਉੱਦਾਂ ਜਦੋਂ ਉਹ ਤੁੱਕ ਪਾ ਦਿੰਦੇ ਨਾ ਤਾਂ ਉਹ ਲੱਗਦਾ ਵੀ ਇਹ ਵਾਰਿਸ ਸ਼ਾਹ ਨੇ ਲਿਖੀ ਹੋਣੀ, ਠੀਕ ਹੈ। ਤਾਂ ਉਹ ਅੰਮ੍ਰਿਤਾ ਪ੍ਰੀਤਮ ਨੇ ਗੱਲ ਕਹੀ ਹੈ ਕਿਹਦੇ ਬਾਰੇ, ਵਾਰਿਸ ਸ਼ਾਹ ਬਾਰੇ। ਇਹ ਚੀਜ਼ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਇਸ ਤੋਂ ਬਿਨਾਂ ਇਹਨਾਂ ਦੀਆਂ ਕੁਝ ਹੋਰ ਸਤਰਾਂ ਨੇ ਜੋ ਆਪਾਂ ਕਹਿ ਲਓ ਵੀ ਆਮ ਅਖਾਣਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ, ਅਖਾਣ ਦੇ ਰੂਪ ਵਿੱਚ ਪ੍ਰਚਲਿਤ ਹੋ ਗਈਆਂ ਨੇ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਇੱਦਾਂ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਇਹ ਇੰਪੋਰਟੈਂਟ ਹੋ ਜਾਂਦਾ ਹੈ। ਹਾਸ਼ਮ ਸ਼ਾਹ। ਹਾਸ਼ਮ ਸ਼ਾਹ ਦੇ ਬਾਰੇ ਕੀ ਮੰਨਿਆ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਕਵੀ ਸੀ ਤੇ ਕੁਝ ਕੁ ਨੇ ਇਹਨੂੰ ਉਸ ਦਾ ਦਰਬਾਰੀ ਕਵੀ ਵੀ ਮੰਨਿਆ ਕਿ ਉਹਨਾਂ ਦੇ ਦਰਬਾਰ ਵਿੱਚ ਇਹ ਕਵੀ ਸੀ। ਇਸ ਤੋਂ ਬਿਨਾਂ ਇਹਨਾਂ ਦੀਆਂ ਮਸ਼ਹੂਰ ਰਚਨਾਵਾਂ ਨੇ ਸੱਸੀ ਤੇ ਪੁੰਨੂ, ਠੀਕ ਹੈ, ਤੇ ਸ਼ੀਰੀ ਫਰਿਹਾਦ, ਸੋਹਣੀ ਮਹੀਂਵਾਲ। ਤੇ ਇਸ ਤੋਂ ਬਿਨਾਂ ਇਹਨਾਂ ਨੇ ਕੁਝ ਹੋਰ ਕਾਵਿ ਰੂਪ ਜਿਵੇਂ ਦੋੜੇ ਤੇ ਡਿਉਡਾਂ ਦੀ ਰਚਨਾ ਵੀ ਕੀਤੀ ਹੈ। ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਹੈ ਜੀ ਵੀਰ ਕਾਵਿ। ਵੀਰ ਕਾਵਿ ਦੇ ਵਿੱਚ ਗੁਰੂ ਗੋਬਿੰਦ ਸਿੰਘ ਇੰਪੋਰਟੈਂਟ ਕਵੀ ਬਣ ਜਾਂਦੇ ਨੇ। ਇਹਨਾਂ ਨੇ ਰਚਨਾ ਕੀਤੀ ਸੀ ਚੰਡੀ ਦੀ ਵਾਰ ਦੀ, ਜਿਸ ਦੇ ਵਿੱਚ ਵੀਰਤਾ ਦਿਖਾਈ ਗਈ ਸੀ। ਤੇ ਆਪਾਂ ਇਹਨਾਂ ਦੇ ਪਹਿਲਾਂ ਜੀਵਨ ਬਾਰੇ ਸਮਝਦੇ ਹਾਂ। 22 ਦਸੰਬਰ 1666 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਸੀ ਤੇ 1708 ਈਸਵੀ ਦੇ ਵਿੱਚ ਇਹ ਸ਼ਹੀਦ ਹੋ ਗਏ ਸੀ। ਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਜਨਮ ਬਾਰੇ ਤਾਂ ਪਟਨਾ ਬਿਹਾਰ ਦੇ ਵਿੱਚ ਹੋਇਆ ਸੀ। ਮੌਤ ਦਾ ਸਥਾਨ ਸੀ ਜਿਹੜਾ ਉਹ ਨਾਂਦੇੜ ਮਹਾਰਾਸ਼ਟਰ ਸੀ। ਪਹਿਲਾਂ ਇਹਨਾਂ ਦਾ ਨਾਂ ਸੀ ਗੋਬਿੰਦ ਰਾਏ ਤੇ ਬਾਅਦ ਵਿੱਚ ਇਹਨਾਂ ਨੇ ਇੱਕ ਸਿਰਲੇਖ ਕਹਿ ਲਓ ਜਾਂ ਤਖੱਲਸ ਦਿੱਤਾ ਸੀ ਸਿੰਘ ਦਾ, ਜਿਸ ਦਾ ਅਰਥ ਹੈ ਸ਼ੇਰ, ਬਹਾਦਰ, ਸੂਰਮਾ, ਠੀਕ ਹੈ। ਤੇ ਔਰਤਾਂ ਦੇ ਲਈ ਇਸ ਨੇ ਕੌਰ ਦਾ ਸੰਕਲਪ ਦਿੱਤਾ ਸੀ। ਤੇ ਇਹਨਾਂ ਦੇ ਨਾਮ ਨਾਲ ਵੀ ਬਾਅਦ ਵਿੱਚ ਅਸੀਂ ਗੋਬਿੰਦ ਸਿੰਘ ਜੀ ਕਹਿਣਾ ਸ਼ੁਰੂ ਕਰਤਾ ਸੀ। ਪਹਿਲਾਂ ਇਹਨਾਂ ਦਾ ਨਾਂ ਸੀ ਗੋਬਿੰਦ ਰਾਏ। ਗੁਰਗੱਦੀ ਦਾ ਸਮਾਂ ਸੀ ਇਹਨਾਂ ਦਾ ਜੀ 1675 ਤੋਂ 1708 ਤੱਕ। ਇਸ ਤੋਂ ਬਾਅਦ ਇਹਨਾਂ ਨੇ ਸੰਕਲਪ ਦਿੱਤਾ ਸੀ ਵੀ ਗੁਰੂ ਨੂੰ ਹੀ ਜਿਹੜਾ ਗ੍ਰੰਥ ਹੈ ਉਸ ਨੂੰ ਹੀ ਗੁਰੂ ਮੰਨਣਾ ਹੈ, ਠੀਕ ਹੈ। ਇਹ ਸੰਕਲਪ ਇਹਨਾਂ ਨੇ ਦਿੱਤਾ ਸੀ। ਤੇ ਇਹਨਾਂ ਨੇ ਮਸੰਦ ਪ੍ਰਥਾ ਦਾ ਖਾਤਮਾ ਕੀਤਾ ਸੀ। ਤਾਂ ਇਸ ਤੋਂ ਬਿਨਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਮਸੰਦ ਪ੍ਰਥਾ ਦੀ ਸ਼ੁਰੂਆਤ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਬਾਅਦ ਵਿੱਚ ਉਹ ਮਸੰਦ ਸੀ ਜਿਹੜੇ ਮਤਲਬ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸੀ, ਹੈ ਨਾ। ਤਾਂ ਉਸ ਚੀਜ਼ ਦਾ ਖੰਡਨ 10ਵੇਂ ਗੁਰੂ ਗੋਬਿੰਦ ਜੀ ਨੇ ਕੀਤਾ ਸੀ। ਤੇ ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਸਮਕਾਲੀ ਸੀ ਔਰੰਗਜ਼ੇਬ ਤੇ ਬਹਾਦਰ ਸ਼ਾਹ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਇਹ ਫਾਰਸੀ ਭਾਸ਼ਾ ਦੇ ਵਿੱਚ, ਠੀਕ ਹੈ। ਉਸ ਨੂੰ ਪੜ੍ਹ ਕੇ ਉਹ ਕੀ ਹੋ ਜਾਂਦਾ ਹੈ, ਮਤਲਬ ਸੱਚਮੁੱਚ ਉਸ ਨੂੰ ਪਛਤਾਵਾ ਜਿਹੜਾ ਉਹ ਹੁੰਦਾ। ਤੇ ਇਸ ਤਰੀਕੇ ਨਾਲ ਜ਼ਫਰਨਾਮਾ ਵਾਲੀ ਗੱਲ ਵੀ ਇੰਪੋਰਟੈਂਟ ਬਣ ਗਈ। ਤੇ ਇਸ ਤੋਂ ਬਿਨਾਂ ਆਪਾਂ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਦਸਮ ਗ੍ਰੰਥ ਬਾਰ ਸ਼੍ਰੀ ਭਗਵਤੀ ਜੀ ਕੀ, ਅਕਾਲ ਉਸਤਤ ਜਾਪ ਸਾਹਿਬ। ਇਹ ਚੀਜ਼ 'ਚ ਫਰਕ ਹੈ ਜੀ। ਪਹਿਲਾਂ ਆਪਾਂ ਪਹਿਲੇ ਗੁਰੂ ਬਾਰੇ ਪੜ੍ਹਿਆ ਸੀ ਜਪਜੀ ਸਾਹਿਬ। ਜਾਪ ਸਾਹਿਬ 10ਵੇਂ ਗੁਰੂ ਦੀ ਰਚਨਾ ਹੈ। ਚੰਡੀ ਚਰਿੱਤਰ, ਚੰਡੀ ਦੀ ਵਾਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਈਏ, ਜ਼ਫਰਨਾਮਾ, ਮਿੱਤਰ ਪਿਆਰੇ ਨੂੰ।
ਤਾਂ ਇਹ ਇਹਨਾਂ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਨੇ। ਗੁਰੂ ਮਾਣਿਓ ਗ੍ਰੰਥ ਦਾ ਸੰਕਲਪ ਦਿੱਤਾ ਸੀ, ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ 10ਵੇਂ ਗੁਰੂ ਤੱਕ ਗੁਰਗੱਦੀ ਇੱਦਾਂ ਹੀ ਚੱਲਦੀ ਰਹੀ ਸੀ। ਬਾਅਦ ਵਿੱਚ ਇਹਨਾਂ ਨੇ ਸੰਕਲਪ ਦਿੱਤਾ ਸੀ ਵੀ ਗੁਰੂ ਮਾਣਿਓ ਗ੍ਰੰਥ, ਗੁਰੂ ਹੈ ਜਿਹੜਾ ਉਹ ਗ੍ਰੰਥ ਨੂੰ ਹੀ ਮੰਨਣਾ ਹੈ। ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵਾਲੇ ਇਹਨਾਂ ਨੇ ਘੱਲਿਆ ਸੀ, ਜਿਸ ਨੇ ਬਾਅਦ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ। ਗੁਰੂ ਗੋਬਿੰਦ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੰਮ੍ਰਿਤ ਛਕਾਉਣ ਤੋਂ ਬਾਅਦ ਉਹਨਾਂ ਨੇ 5 ਕਕਾਰ ਸੀ ਜਿਹੜੇ ਉਹ ਧਾਰਨ ਕਰਨ ਦਾ ਸੰਕਲਪ ਦਿੱਤਾ ਸੀ। ਇਹ 5 ਕਕਾਰ ਕਿਹੜੇ ਕਿਹੜੇ ਸੀ ਜੀ? ਕੰਗਾ, ਕੜਾ, ਕਿਰਪਾਨ, ਕਛਹਿਰਾ। ਠੀਕ ਹੈ, ਤਾਂ ਖਾਲਸਾ ਪੰਥ ਦੀ ਜਿਹੜੀ ਸਾਜਨਾ ਸੀ ਉਹ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ। ਠੀਕ ਹੈ, ਤਖਤ ਬਣਿਆ ਜੀ ਉੱਥੇ ਅੱਜ ਕੱਲ੍ਹ ਕੇਸਗੜ੍ਹ ਸਾਹਿਬ। ਠੀਕ ਹੈ, ਇਹ ਚੀਜ਼ ਇੱਕ ਇੰਪੋਰਟੈਂਟ ਬਣ ਜਾਂਦੀ ਹੈ ਅਤੇ ਇਸ ਨੂੰ ਖਾਲਸੇ ਦੀ ਜਨਮ ਭੂਮੀ ਵੀ ਕਿਹਾ ਜਾਂਦਾ ਹੈ, ਆਨੰਦਪੁਰ ਸਾਹਿਬ ਨੂੰ, ਖਾਸ ਕਰਕੇ ਉਹ ਥਾਂ ਕੇਸਗੜ੍ਹ ਸਾਹਿਬ ਨੂੰ। ਸ਼ਾਹ ਮੁਹੰਮਦ ਅਗਲਾ ਕਵੀ ਹੈ ਜੀ, ਸ਼ਾਹ ਮੁਹੰਮਦ। ਤਾਂ ਸ਼ਾਹ ਮੁਹੰਮਦ ਦੀ ਜਿਹੜੀ ਆਪਾਂ ਪ੍ਰਸਿੱਧੀ ਕਹਿ ਸਕਦੇ ਹਾਂ ਉਹ ਹੈ ਜੀ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਠੀਕ ਹੈ, ਇਸ ਕਰਕੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦੇ ਵਿੱਚ ਇਹ ਜ਼ਿਕਰ ਕਰਦਾ ਜੀ ਸਿੰਘਾਂ ਦੀ ਬਹਾਦਰੀ ਦਾ। ਇਸ ਤੋਂ ਬਿਨਾਂ ਟੁੰਡੇ ਲਾਟ ਦਾ ਜ਼ਿਕਰ ਕਰਦਾ ਹੈ, ਲਾਰਡ ਹਾਰਡਿੰਗ ਦਾ। ਠੀਕ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ ਕਹਿ ਕੇ ਸੰਬੋਧਨ ਕਰਦਾ ਹੈ ਅਤੇ ਕੀ ਆਖਦਾ ਹੈ ਵੀ ਸਰਕਾਰ ਦੀ ਗੈਰ ਮੌਜੂਦਗੀ ਦਾ ਜ਼ਿਕਰ ਕਰਦਾ ਹੈ ਨਾ, ਵੀ ਉਸ ਦੇ ਵਜੋਂ ਜਿਹੜੀਆਂ ਮਤਲਬ ਫੌਜਾਂ ਨੇ ਉਹ ਹਾਰ ਗਈਆਂ ਨੇ। ਠੀਕ ਹੈ, ਇਸ ਚੀਜ਼ ਦਾ ਜ਼ਿਕਰ ਕਰਦਾ ਹੈ। ਅਤੇ ਇਸ ਤੋਂ ਬਿਨਾਂ ਇਹਨਾਂ ਦਾ ਜਨਮ 1782 ਅਤੇ ਮੌਤ ਸੀ ਜਿਹੜੀ ਉਹ 1862 ਦੇ ਵਿੱਚ ਬਡਾਲਾ ਅੰਮ੍ਰਿਤਸਰ ਵਿਖੇ ਹੋਈ ਸੀ। ਅਤੇ ਇੱਕ ਇਹਨਾਂ ਦੀ ਰਚਨਾ ਸੀ ਸੱਸੀ ਪੁੰਨੂ, ਕਈ ਵਾਰ ਤੁਹਾਨੂੰ ਕਨਫਿਊਜ਼ ਕਰਕੇ ਪੁੱਛ ਲਿਆ ਜਾਂਦਾ ਹੈ। ਠੀਕ ਹੈ, ਤਾਂ ਸੱਸੀ ਪੁੰਨੂ ਹੈ ਜਿਹੜੀ, ਇਸ ਨਾਂ ਦੀ ਰਚਨਾ ਵੀ ਇਹਨਾਂ ਨੇ ਇੱਕ ਕੀਤੀ ਸੀ। ਇਸ ਤਰੀਕੇ ਨਾਲ ਆਪਣਾ ਇਹ ਭਾਗ ਹੋ ਗਿਆ ਜੀ ਕੰਪਲੀਟ। ਇਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਜੀ ਆਧੁਨਿਕ ਪੰਜਾਬੀ ਕਵਿਤਾ। ਤਾਂ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਕੀ ਹੈ? ਭਾਈ ਵੀਰ ਸਿੰਘ। ਤਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਕਾਵਿ ਦਾ ਮੋਢੀ ਕਿਹਾ ਜਾਂਦਾ ਹੈ, ਇਹ ਇੱਕ ਇੰਪੋਰਟੈਂਟ ਚੀਜ਼ ਹੋ ਗਈ। ਅਤੇ ਭਾਈ ਵੀਰ ਸਿੰਘ ਦਾ ਜਿਹੜਾ ਜਨਮ ਸੀ ਉਹ 1872 ਦੇ ਵਿੱਚ ਹੋਇਆ ਸੀ ਅਤੇ 1957 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਪ੍ਰਮੁੱਖ ਰਚਨਾਵਾਂ ਨੇ ਇਹਨਾਂ ਦੀਆਂ ਸੁੰਦਰੀ, ਸਤਵੰਤ ਕੌਰ, ਬਾਬਾ ਨੋਧ ਸਿੰਘ, ਰਾਣਾ ਸੂਰ ਸਿੰਘ, ਕੰਬ ਦੀ ਕਲਾਈ, ਸਮਾਂ, ਟੁਕੜੀ ਜੱਗ ਤੋਂ ਨਿਆਰੀ। ਠੀਕ ਹੈ, ਬਿਨ ਫਸ਼ਾ ਦਾ ਫੁੱਲ ਅਤੇ ਬ੍ਰਿਸ਼। ਅਤੇ ਦੇਖੋ ਜੀ ਇੱਥੇ ਇੱਕ ਚੀਜ਼ ਹੋਰ ਗੱਲ ਕਰਨੀ ਬਣਦੀ ਹੈ ਕਿ ਇਹਨਾਂ ਦਾ ਜਿਹੜਾ ਇਹ ਨਾਵਲ ਸੀ ਨਾ ਸੁੰਦਰੀ, ਇਸ ਨੂੰ ਪਹਿਲਾ ਨਾਵਲ ਕਹਿ ਲਓ ਜਾਂ ਮੌਲਿਕ ਨਾਵਲ ਮੰਨਿਆ ਜਾਂਦਾ, ਮਤਲਬ ਪਹਿਲਾ ਨਾਵਲ ਮੰਨਿਆ ਜਾਂਦਾ ਪੰਜਾਬੀ ਆਧੁਨਿਕ ਸਾਹਿਤ ਦਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਕਹਿੰਦੇ ਵੀ ਨਾਵਲ ਦੀ ਜਿਹੜਾ ਮਤਲਬ ਮੁੱਢ ਵੱਜਿਆ ਸੀ ਅਤੇ ਇਹਨਾਂ ਨੂੰ ਆਧੁਨਿਕ ਕਾਵਿ ਦੇ ਮੋਢੀ ਵੀ ਕਿਹਾ ਜਾਂਦਾ ਹੈ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਧਨੀ ਰਾਮ ਚਾਤ੍ਰਿਕ ਵਾਰੀ। 1876 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਅਤੇ 1954 ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਸਿਆਲਕੋਟ ਪੱਸੀਆਂ ਵਿਖੇ ਇਹਨਾਂ ਦਾ ਜਨਮ ਹੋਇਆ ਸੀ। ਅਤੇ ਇਹਨਾਂ ਨੇ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਨੌਕਰੀ ਕੀਤੀ ਸੀ। ਦੇਖੋ ਇੱਥੇ ਤੋਂ ਦੋਨੇ ਚੀਜ਼ਾਂ ਕਵਰ ਹੋ ਗਈਆਂ। ਭਾਈ ਵੀਰ ਸਿੰਘ ਨੇ ਪ੍ਰੈਸ ਸ਼ੁਰੂ ਕੀਤੀ ਸੀ ਵਜ਼ੀਰ ਹਿੰਦ ਪ੍ਰੈਸ। ਠੀਕ ਹੈ, ਅਤੇ ਉਸ ਦੇ ਵਿੱਚ ਨੌਕਰੀ ਕੀਤੀ ਸੀ ਧਨੀ ਰਾਮ ਚਾਤ੍ਰਿਕ ਨੇ। ਰਚਨਾਵਾਂ ਨੇ ਇਹਨਾਂ ਦੀਆਂ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ, ਬਾਦਸ਼ਾਹ ਬੇਗਮ, ਭਰਥਰੀ ਹਰੀ, ਨਾਲ ਦਮਯੰਤੀ, ਸੁਰਗੀ ਜੋੜੇ ਅਤੇ ਵਿਸਾਖੀ ਦਾ ਮੇਲਾ, ਬਹਿੰਦਾ ਜਾਏ, ਜੀਵਨ ਜੋਤ। ਤਾਂ ਇਸ ਤਰੀਕੇ ਨਾਲ ਇਹ ਇਹਨਾਂ ਦੀਆਂ ਕੁਝ ਮਸ਼ਹੂਰ ਰਚਨਾਵਾਂ ਨੇ, ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਗੱਲ ਖਾਸ ਬਣ ਜਾਂਦੀ ਹੈ ਉਹ ਹੈ ਜੀ ਇਹਨਾਂ ਦੀ ਰਚਨਾ ਜਵਾਨ ਪੰਜਾਬ ਦੇ। ਠੀਕ ਹੈ ਜੀ, ਬੇਪਰਵਾਹ ਪੰਜਾਬ ਦੇ, ਮਤਲਬ ਇਹ ਮੌਤ ਨੂੰ ਮਖੌਲਾਂ ਕਰਨ ਵਾਲੇ ਨੇ, ਉਹ ਜਿਹੜੀ ਗੱਲ ਹੈ ਉਹ ਪੂਰਨ ਸਿੰਘ ਆਖਦਾ ਹੈ। ਠੀਕ ਹੈ, ਅਤੇ ਪੂਰਨ ਸਿੰਘ ਨੇ ਕੀ ਕੀਤਾ ਸੀ, ਜਿਹੜੀ ਕਵਿਤਾ ਸੀ ਉਸ ਨੂੰ ਛੰਦ ਮੁਕਤ ਕਹਿ ਸਕਦੇ ਵੀ ਕੀਤਾ ਸੀ। ਮਤਲਬ ਇਹ ਆਖਦਾ ਸੀ ਵੀ ਖੁੱਲ੍ਹੀ ਕਵਿਤਾ ਦਾ ਜਿਹੜਾ ਟਰੈਂਡ ਸੀ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਚਲਾਇਆ ਸੀ। ਠੀਕ ਹੈ, ਤਾਂ ਖੁੱਲ੍ਹੀ ਕਵਿਤਾ ਇਸ ਤੋਂ ਪਹਿਲਾਂ ਸੀ ਜਿਹੜੀ ਉਹ ਕਵਿਤਾ ਛੰਦਬੱਧ ਲਿਖੀ ਜਾਂਦੀ ਸੀ, ਪੂਰੇ ਨਿਯਮ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖੀ ਜਾਂਦੀ ਸੀ। ਤਾਂ ਇਹ ਕੀ ਆਖਦਾ ਸੀ, ਜਿਹੜੇ ਕਹਿੰਦਾ ਵੀ ਇਹ ਜਿਹੜੇ ਛੰਦ ਨੇ ਇਹ ਕੀ ਨਹੀਂ ਕਹਿੰਦੇ, ਕਵਿਤਾ ਦੇ ਪੈਰਾਂ 'ਚ ਪਈਆਂ ਹੋਈਆਂ ਬੇੜੀਆਂ ਨੇ, ਇਹਨੂੰ ਮੁਕਤ ਕੀਤਾ ਸੀ। ਠੀਕ ਹੈ, ਤਾਂ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਉਹ ਇੰਪੋਰਟੈਂਟ ਬਣ ਜਾਂਦਾ ਹੈ। ਤਾਂ ਇਹਨਾਂ ਦਾ ਜਨਮ ਐਬਟਾਬਾਦ ਵਿਖੇ 1881 ਦੇ ਵਿੱਚ ਹੋਇਆ ਅਤੇ ਮੌਤ ਸੀ ਜਿਹੜੀ, ਇੱਕ ਮਿੰਟ ਇਹ ਆਪਾਂ ਇੱਕ ਕਲੀਅਰ ਕਰਦੇ, ਇੱਕ ਮਿੰਟ ਇੱਥੇ ਥੋੜ੍ਹਾ ਜਿਹਾ ਇੱਥੇ 19 ਕਰਿਓ। ਠੀਕ ਹੈ, 1931। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਡਿਸਕਸ ਕਰ ਲਿਆ ਇਹਨਾਂ ਦੇ ਜਨਮ ਬਾਰੇ। ਅਤੇ ਇਹਨਾਂ ਦੀਆਂ ਰਚਨਾਵਾਂ ਸੀ ਜੀ ਖੁੱਲ੍ਹੇ ਮੈਦਾਨ। ਤਾਂ ਇਹ ਦੇਖੋ ਇੱਦਾਂ ਯਾਦ ਰੱਖੋ ਵੀ ਇਹਨਾਂ ਨੇ ਖੁੱਲ੍ਹੀ ਕਵਿਤਾ ਟਰੈਂਡ ਚਲਾਇਆ, ਤਾਂ ਇਹਨਾਂ ਨੇ ਸਾਰੇ ਆਪਣੇ ਜਿਹੜੇ ਸੰਗ੍ਰਹਿ ਸੀ ਉਹਨਾਂ ਦੇ ਨਾਮ ਵੀ ਇੱਦਾਂ ਹੀ ਰੱਖੇ ਵੀ ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਅਸਮਾਨੀ ਰੰਗ। ਠੀਕ ਹੈ ਜੀ, ਖੁੱਲ੍ਹੇ ਲੇਖ, ਜਵਾਨ ਪੰਜਾਬ ਦੇ, ਹਲ ਵਾਹੁਣ ਵਾਲੇ, ਗਰਾਂ ਦਾ ਮਿਹਨਤੀ ਬਲਦ, ਖੂਹ ਉੱਤੇ ਅਤੇ ਪੰਜਾਬ ਦੇ ਮਜ਼ਦੂਰ। ਤਾਂ ਇੱਦਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਪ੍ਰੋਫੈਸਰ ਪੂਰਨ ਸਿੰਘ
ਆਪਾਂ ਡਿਸਕਸ ਕਰ ਚੁੱਕੇ ਹਾਂ। ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਖੁੱਲੀ ਕਵਿਤਾ ਕਰਕੇ ਜਾਣਿਆ ਜਾਂਦਾ ਹੈ ਤੇ ਉਹਨੂੰ ਕੁਦਰਤ ਦਾ ਕਵੀ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਉਹ ਕੁਦਰਤ ਦੀ ਗੱਲ ਕਰਦੇ ਨੇ। ਤੇ ਰਚਨਾਵਾਂ ਨੇ ਜੀ ਇਹਨਾਂ ਦੀਆਂ ਪ੍ਰੋਫੈਸਰ ਮੋਹਨ ਸਿੰਘ ਦੀਆਂ। ਇਸ ਤੋਂ ਪਹਿਲਾਂ ਇਹਨਾਂ ਦਾ ਜਨਮ ਡਿਸਕਸ ਕਰਦੇ ਹਾਂ। 1905 ਈਸਵੀ ਦੇ ਵਿੱਚ ਹੋਇਆ ਤੇ 1978 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਰਚਨਾਵਾਂ ਸਾਵੇ ਪੱਤਰ, ਕਸੁੰਬੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ, ਏਸ਼ੀਆ ਦਾ ਚਾਨਣ, ਦੇਸ ਪੰਜਾਬ, ਗੁਰੂ ਨਾਨਕ ਨੂੰ। ਤਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਇੱਕ ਤਾਜ ਮਹਿਲ ਰਚਨਾ ਵੀ ਇਹਨਾਂ ਦੀ ਹੀ ਹੈ। ਠੀਕ ਹੈ, ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ, ਜਿਹਦੇ ਵਿੱਚੋਂ ਪ੍ਰਸ਼ਨ ਆਉਣ ਦੇ ਫੁੱਲ ਚਾਂਸ ਹੁੰਦੇ ਨੇ। 1919 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ 2005 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਤੇ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚੋਂ ਸੁਨੇੜੇ ਹੈ। ਸੁਨੇੜੇ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਜੀ। ਇਹ ਇੱਕ ਇੰਪੋਰਟੈਂਟ ਚੀਜ਼ ਹੋ ਗਈ। ਕਾਗਜ਼ ਤੇ ਕੈਨਵਸ, ਜਿਸ ਦੇ ਲਈ ਇਹਨਾਂ ਨੂੰ ਗਿਆਨਪੀਠ ਪੁਰਸਕਾਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਗਿਆਨਪੀਠ ਪੁਰਸਕਾਰ ਦੇ ਬਾਰੇ ਇਹ ਗੱਲ ਸੀ ਕਿ ਇਹ ਸਮੁੱਚੀ ਰਚਨਾ ਦੇ ਲਈ ਦਿੱਤਾ ਜਾਣ ਲੱਗ ਪਿਆ ਸੀ। ਜਿਵੇਂ ਗੁਰਦਿਆਲ ਸਿੰਘ ਦੇ ਬਾਰੇ ਵੱਡਾ ਵਾਦ ਵਿਵਾਦ ਚੱਲਦਾ ਹੈ ਵੀ ਉਹਨਾਂ ਨੂੰ ਉਹਨਾਂ ਦੀ ਪਰਸਾ ਰਚਨਾ ਦੇ ਲਈ ਮਿਲੇ ਜਾਂ ਸਮੁੱਚੀ ਰਚਨਾ ਦੇ ਲਈ ਮਿਲੇ ਹੈ। ਠੀਕ ਹੈ, ਇਹ ਚੀਜ਼ ਨੂੰ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਹੈਂਡਲ ਕਰ ਲਿਓ। ਅੱਜ ਆਖਾਂ ਵਾਰਸ ਸ਼ਾਹ ਨੂੰ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਇਹਨਾਂ ਦੀ ਰਚਨਾ ਹੈ। ਪਿੰਜਰ ਨਾਵਲ ਹੈ ਇਹਨਾਂ ਦਾ। ਧਰਤੀ, ਸਾਗਰ, ਸਿੱਪੀਆਂ, ਅਤੇ ਇੱਕ ਇਹਨਾਂ ਨੇ ਰਸਾਲਾ ਸ਼ੁਰੂ ਕੀਤਾ ਸੀ ਨਾਗਮਣੀ। ਇਹਨਾਂ ਦੀ ਸਵੈ ਜੀਵਨੀ ਹੈ ਜੀ ਰਸੀਦੀ ਟਿਕਟ ਅਤੇ ਬਲੈਕ ਰੋਜ਼। ਇਹ ਇੱਕ ਇੰਪੋਰਟੈਂਟ ਚੀਜ਼ਾਂ ਨੇ। ਅੰਮ੍ਰਿਤਾ ਪ੍ਰੀਤਮ ਨੂੰ 1969 ਈਸਵੀ ਦੇ ਵਿੱਚ ਪਦਮ ਸ਼੍ਰੀ ਮਿਲਿਆ ਤੇ 2004 ਦੇ ਵਿੱਚ ਪਦਮ ਵਿਭੂਸ਼ਣ ਅਵਾਰਡ ਮਿਲਿਆ। ਇਹ ਕੁਝ ਅਵਾਰਡ ਵੀ ਯਾਦ ਰੱਖਿਓ, ਇੰਪੋਰਟੈਂਟ ਕਵਿੱਤਰੀ ਇਹ, ਤਾਂ ਇਸ ਦੇ ਵਿੱਚ ਸਵਾਲ ਜਿਹੜਾ ਉਹ ਬਣਦਾ ਹੈ। ਸੁਰਜੀਤ ਪਾਤਰ, ਤਾਂ ਸੁਰਜੀਤ ਪਾਤਰ ਦਾ ਜਨਮ ਸੀ ਜਿਹੜਾ ਉਹ 1945 ਦੇ ਵਿੱਚ ਹੋਇਆ ਸੀ ਤੇ ਇਸ ਸਮੇਂ ਵੀ ਇਹ ਲਗਭਗ ਆਪਣਾ ਪੰਜਾਬੀ ਸਾਹਿਤ ਨੂੰ ਯੋਗਦਾਨ ਦੇ ਰਹੇ ਨੇ। ਤੇ ਪ੍ਰਮੁੱਖ ਰਚਨਾਵਾਂ ਨੇ ਜਿਹੜੀਆਂ ਇਹਨਾਂ ਦੀਆਂ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਬਿਰਖ ਅਰਜ ਕਰੇ, ਹਵਾ ਵਿੱਚ ਲਿਖੇ ਹਰਫ, ਸੁਰਜਮੀਨ, ਪੱਤਝੜ ਦੀ ਪਜੇਬ। ਤਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹੋ ਗਈਆਂ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਅਗਲਾ ਭਾਗ, ਵਾਰਤਕ। ਤਾਂ ਵਾਰਤਕ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਇੱਕ ਪ੍ਰਮੁੱਖ ਨਾਂ ਹੈ ਤੇ ਇਹਨਾਂ ਦੀ ਸਵੈ ਜੀਵਨੀ ਇੰਪੋਰਟੈਂਟ ਹੈ, ਜਿਹਦੇ 'ਚੋਂ ਪ੍ਰਸ਼ਨ ਬਣ ਸਕਦਾ ਹੈ। ਤਾਂ ਇਹਨਾਂ ਦੀ ਸਵੈ ਜੀਵਨੀ ਦਾ ਨਾਂ ਹੈ ਜੀ ਆਰਸੀ। ਇਹਨਾਂ ਦੀਆਂ ਕੁਝ ਹੋਰ ਰਚਨਾਵਾਂ ਨੇ, ਜਿਵੇਂ ਘਰ ਦਾ ਪਿਆਰ ਤੇ ਇਸ ਤੋਂ ਬਿਨਾਂ ਹੱਸਣਾ ਤੇ ਕੂਕਣਾ। ਤਾਂ ਘਰ ਦੇ ਪਿਆਰ ਵਿੱਚ ਇਹ ਕੀ ਗੱਲ ਕਰਦੇ ਨੇ ਵੀ ਘਰ ਦਾ ਪਿਆਰ ਜਿਹੜਾ ਉਹ ਮਤਲਬ ਉਹ ਬੰਦੇ ਨੂੰ ਹੈ ਨਾ ਵੀ ਖਿੱਚ ਕੇ ਰੱਖਦਾ। ਜਿਹੜਾ ਘਰ ਹੈ ਵੀ ਉਹ ਸਿਰਫ ਇੱਟਾਂ ਵੱਟਿਆਂ ਦਾ ਬਣਿਆ ਨਹੀਂ ਹੁੰਦਾ, ਉਹ ਮੋਹ ਨਾਲ, ਪਿਆਰ ਨਾਲ ਬਣਦਾ ਹੈ। ਠੀਕ ਹੈ, ਇੱਦਾਂ ਇਸ ਦੇ ਵਿੱਚ ਇਹ ਗੱਲ ਕਰਦੇ ਨੇ। ਇਸ ਤੋਂ ਬਾਅਦ ਅਗਲੇ ਵਾਰਤਕਾਰ ਨੇ ਜੀ ਗੁਰਬਖਸ਼ ਸਿੰਘ ਪ੍ਰੀਤਲੜੀ। ਇਹਨਾਂ ਦੇ ਨਾਲ ਤਖੱਲਸ ਦੇ ਦਿੱਤਾ ਜਾਂਦਾ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ। ਤਾਂ ਪ੍ਰੀਤਲੜੀ ਇਹਨਾਂ ਦੇ ਨਾਮ ਨਾਲ ਤਾਂ ਜੁੜਿਆ ਸੀ ਕਿਉਂਕਿ ਇਹਨਾਂ ਨੇ ਮਾਸਿਕ ਪੱਤਰ 1933 ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀ ਪ੍ਰੀਤਲੜੀ ਨਾਂ ਦਾ। ਠੀਕ ਹੈ ਜੀ, ਤਾਂ ਇਹਨਾਂ ਨੇ ਪ੍ਰੀਤ ਨਗਰ ਵਸਾਇਆ ਸੀ, ਤਾਂ ਹੀ ਇਹਨਾਂ ਦੇ ਨਾਮ ਨਾਲ ਪ੍ਰੀਤਲੜੀ ਸ਼ਬਦ ਜੁੜ ਗਿਆ। ਮਤਲਬ ਪ੍ਰੀਤ ਸ਼ਬਦ ਵਾਲਾ ਜੁੜੇ ਹੈ, ਪ੍ਰੀਤਲੜੀ, ਪ੍ਰੀਤ ਨਗਰ, ਇੱਦਾਂ। ਠੀਕ ਹੈ ਜੀ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਮੁੱਖ ਰਚਨਾ ਜੀ ਮੇਰੀ ਮਾਂ ਬੋਲੀ। ਅਗਲਾ ਕਵੀ ਹੈ ਜੀ, ਆਪਾਂ ਕਹਿ ਸਕਦੇ ਹਾਂ ਵਾਰਤਕਾਰ ਕਹਿ ਸਕਦੇ ਹਾਂ ਅਗਲਾ, ਗਿਆਨੀ ਗੁਰਦਿੱਤ ਸਿੰਘ। ਰਚਨਾਵਾਂ ਨੇ ਇਹਨਾਂ ਦੀਆਂ ਪ੍ਰਾਚੀਨ 12, ਰਾਗਮਾਲਾ ਦੀ ਅਸਲੀਅਤ, ਗੁਰਬਾਣੀ ਦਾ ਇਤਿਹਾਸ, ਪੰਜਾਬ ਦਾ ਉਸਰਈਆ, ਭੱਟਾਂ ਦੇ ਸਵਈਏ, ਮੇਰੇ ਵੱਡੇ ਵਡੇਰੇ, ਮੇਰਾ ਪਿੰਡ, ਜੋ ਕਿ ਪੇਂਡੂ ਜੀਵਨ ਨੂੰ ਦੀ ਪੇਸ਼ਕਾਰੀ ਕਰਦੀ ਹੈ। ਠੀਕ ਹੈ ਜੀ, ਪ੍ਰਕਾਸ਼, ਇਹ ਕਿਸੇ ਇੱਕ ਦੈਨਿਕ ਪਰਚਾ ਸੀ। ਠੀਕ ਹੈ, ਤਾਂ ਇਸ ਚੀਜ਼ ਨੂੰ ਵੀ ਧਿਆਨ ਦੇ ਕੇ ਤੁਸੀਂ ਜ਼ਰੂਰ ਰੱਖਣਾ ਹੈ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਅਗਲੇ ਵਾਰਤਕਾਰ ਨਰਿੰਦਰ ਸਿੰਘ ਕਪੂਰ, ਜੋ ਅੱਜ ਵੀ ਕਾਫੀ ਸਰਗਰਮ ਨੇ ਵੱਖ ਵੱਖ ਆਪਣੀਆਂ ਕਿਤਾਬਾਂ ਲਿਖਣ ਦੇ ਵਿੱਚ। ਅਤੇ ਇਹਨਾਂ ਦੀਆਂ ਰਚਨਾਵਾਂ ਨੇ ਜੀ ਬੂਹੇ ਬਾਰੀਆਂ, ਦਰ ਦਰਵਾਜ਼ੇ, ਕੱਲਿਆਂ ਦਾ ਕਾਫਲਾ, ਮਾਲਾ ਮਣਕੇ ਅਤੇ ਇੱਕ ਸੱਚੋ ਸੱਚ। ਇਹਨਾਂ ਦਾ ਸਫ਼ਰਨਾਮਾ ਹੈ ਜੋ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਅਮਰੀਕਾ ਦੇ ਨਾਲ ਸੰਬੰਧਿਤ ਹੈ ਇਹ। ਠੀਕ ਹੈ ਜੀ, ਅਮਰੀਕਾ ਦਾ ਸਫ਼ਰਨਾਮਾ ਹੈ ਸੱਚੋ ਸੱਚ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਡਾਕਟਰ ਹਰਪਾਲ ਸਿੰਘ ਪੰਨੂ। ਤਾਂ ਇਹਨਾਂ ਦਾ ਜਨਮ ਸੀ ਜਿਹੜਾ ਇਹ 20 ਜੂਨ 1953 ਈਸਵੀ ਨੂੰ ਹੋਇਆ ਸੀ ਘੱਗਾ ਵਿਖੇ। ਇਹਨਾਂ ਦੀਆਂ ਰਚਨਾਵਾਂ ਨੇ ਜੀ ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ, ਪੱਥਰ ਤੋਂ ਰੰਗ ਤੱਕ, ਦੂਰੋਂ ਵੇਖਿਆ, ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਬੇਬੇ। ਇਹ ਇਹਨਾਂ ਦੇ ਕੁਝ ਇੰਪੋਰਟੈਂਟ ਨਿਬੰਧ, ਜਿਵੇਂ ਬੇਬੇ ਇੱਕ ਇਹਨਾਂ ਦਾ ਮੁੱਖ ਨਿਬੰਧ ਹੈ। ਇਸ ਤੋਂ ਬਿਨਾਂ ਇਹਨਾਂ ਨੂੰ ਖਾਸ ਕਰਕੇ ਗੌਤਮ ਤੋਂ ਤਾਸਕੀ ਤੱਕ ਇਸ ਰਚਨਾ ਦੇ ਲਈ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਕਹਾਣੀ ਭਾਗ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਸੁਜਾਨ ਸਿੰਘ ਇੱਕ ਪ੍ਰਮੁੱਖ ਨਾਮ ਆ ਜਾਂਦਾ ਹੈ। ਕਹਾਣੀਕਾਰ ਸੁਜਾਨ ਸਿੰਘ। ਇਹਨਾਂ ਦੀਆਂ ਰਚਨਾਵਾਂ ਨੇ ਜੀ ਦੁੱਖ ਸੁੱਖ,
ਪਿੱਛੋਂ ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ ਸਭ ਰੰਗ, ਨਵਾਂ ਰੰਗ, ਰਾਸਲੀਲਾ, ਪ੍ਰਾਹੁਣਾ, ਕੁਲਫੀ, ਪਾਸੇ ਦਾ ਸੋਨਾ, ਬਾਗਾਂ ਦਾ ਰਾਖਾ, ਪਠਾਨ ਦੀ ਧੀ। ਠੀਕ ਹੈ ਜੀ। ਕਲਮ ਜਗ ਪਈ। ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਬਰਿਆਮ ਸੰਧੂ। ਤਾਂ ਬਰਿਆਮ ਸੰਧੂ ਦੀਆਂ ਪ੍ਰਮੁੱਖ ਰਚਨਾਵਾਂ ਨੇ ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹਾਂ ਤੇ ਡੁੰਮ। ਠੀਕ ਹੈ ਜੀ। ਇਹ ਇਹਨਾਂ ਦੀ ਇੰਪੋਰਟੈਂਟ ਰਚਨਾਵਾਂ ਨੇ, ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਕੁਲਵੰਤ ਸਿੰਘ ਵਿਰਕ। ਤਾਂ ਕੁਲਵੰਤ ਸਿੰਘ ਵਿਰਕ ਦਾ ਜਿਹੜਾ ਨਾਮ ਹੈ ਉਹ ਇੰਪੋਰਟੈਂਟ ਕਿਉਂ ਹੈ? ਕਿਉਂਕਿ ਇਹਨਾਂ ਦੀ ਜਿਹੜੀ ਕਹਾਣੀ ਸੀ ਧਰਤੀ ਹੇਠਲਾ ਬਲਦ, ਉਸ ਨੇ ਇਹਨਾਂ ਨੂੰ ਪ੍ਰਸਿੱਧੀ ਦਵਾਈ ਸੀ। ਠੀਕ ਹੈ। ਅਤੇ ਦੁੱਧ ਦਾ ਛੱਪੜ ਇਹਨਾਂ ਦੀ ਇੱਕ ਪ੍ਰਮੁੱਖ ਰਚਨਾ ਹੈ। ਧਰਤੀ ਹੇਠਲਾ ਬਲਦ, ਨਵੇਂ ਲੋਕ ਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕੇ ਹੈ। ਸ਼ਾਹਵੇਲਾ, ਤੂੜੀ ਦੀ ਪੰਡ, ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਠੀਕ ਹੈ ਜੀ। ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਅਜੀਤ ਕੌਰ। ਠੀਕ ਹੈ ਜੀ। ਕਹਾਣੀਕਾਰ ਅਜੀਤ ਕੌਰ, ਜਿਸ ਦਾ ਨਾਮ ਪ੍ਰਮੁੱਖ ਹੈ ਜੀ। ਇੱਕ ਤਾਂ ਖਾਣਾ ਬਦੋਸ਼ ਇਹਨਾਂ ਦੀ ਸਵੈ ਜੀਵਨੀ ਕਰਕੇ, ਕੁਲਵਾਨੋ ਪ੍ਰਮੁੱਖ ਰਚਨਾਵਾਂ ਨੇ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਮੌਤ ਅਲੀ ਬਾਬੇ ਦੀ, ਨਾ ਮਾਰੋ, ਇੱਕ ਪੈਰ ਘੱਟ ਤੁਰਨਾ, ਜੋ ਸਿਲੇਬਸ ਦੇ ਵਿੱਚ ਵੀ ਲਗਾਈ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ। ਸਾਵੀਆਂ ਚਿੜੀਆਂ, ਠੀਕ ਹੈ, ਕੁਲਵਾਨੋ, ਮਹਿਕ ਦੀ ਮੌਤ, ਬੁੱਤ ਸ਼ਿਕਨ, ਫਾਲਤੂ ਔਰਤ, ਇਹ ਇਹਨਾਂ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਠੀਕ ਹੈ ਜੀ। ਦੇਖੋ ਜੀ, ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਸੰਤੋਖ ਸਿੰਘ ਧੀਰ। ਤਾਂ ਸੰਤੋਖ ਸਿੰਘ ਧੀਰ ਨੂੰ ਦਾ ਜਿਹੜਾ ਮਤਲਬ ਰਚਨਾਵਾਂ ਨੇ ਉਹ ਨੇ ਜੀ ਮੇਰਾ ਉਜੜਿਆ ਗੁਆਂਢੀ, ਸਾਂਝੀ ਕੰਧ, ਜੋ ਸਿਲੇਬਸ ਦੇ ਵਿੱਚ ਵੀ ਲਗਾਈ ਗਈ ਹੈ। ਠੀਕ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ। ਇਸ ਤੋਂ ਬਿਨਾਂ ਹੈ ਜੀ ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਪੱਖੀ, ਊਸ਼ਾ ਭੈਣ ਜੀ ਚੁੱਪ ਸਨ। ਤਾਂ ਇਹ ਇਹਨਾਂ ਦੀਆਂ ਕੁਝ ਰਚਨਾਵਾਂ ਨੇ। ਠੀਕ ਹੈ ਜੀ। ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਸੰਤੋਖ ਸਿੰਘ ਧੀਰ ਦੀਆਂ ਇਹ ਰਚਨਾਵਾਂ ਨੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਮੋਹਨ ਭੰਡਾਰੀ। ਮੋਹਨ ਭੰਡਾਰੀ ਦਾ ਨਾਮ ਸਭ ਤੋਂ ਇੰਪੋਰਟੈਂਟ ਕਿਉਂ ਹੈ ਜੀ? ਇਹਨਾਂ ਦੀ ਰਚਨਾ ਜਿਹੜੀ ਬਾਕੀ ਸਭ ਸੁੱਖ ਸਾਂਦ ਹੈ। ਬਾਕੀ ਸਭ ਸੁੱਖ ਸਾਂਦ ਹੈ ਜਿਹੜੀ ਇਹਨਾਂ ਨੂੰ ਇੱਕ ਵਿਸ਼ੇਸ਼ ਕਹਾਣੀਕਾਰ ਬਣਾਉਂਦੀ ਹੈ, ਜੋ ਸੱਚਮੁੱਚ ਇੱਕ ਇੰਟਰਸਟਿੰਗ ਸਟੋਰੀ ਹੈ। ਠੀਕ ਹੈ ਜੀ। ਤਾਂ ਮੋਹਨ ਭੰਡਾਰੀ ਦਾ ਜਿਹੜਾ ਜਨਮ ਸੀ ਉਹ 14 ਜਨਵਰੀ ਅਤੇ ਬਹੁਤੀਆਂ ਥਾਵਾਂ 'ਤੇ ਫਰਵਰੀ ਵੀ ਲਿਖਿਆ ਮਿਲਦਾ ਹੈ। ਹੁਣ ਤੁਸੀਂ ਆਪਦਾ ਆਪਸ਼ਨ ਦੇ ਅਕੋਰਡਿੰਗ ਹੈਂਡਲ ਕਰ ਲਿਓ ਵੀ ਤੁਸੀਂ ਨੇ ਕਿਹੜੀ ਆਪਸ਼ਨ ਜਿਹੜੀ ਉਹ ਸਿਲੈਕਟ ਕਰਨੀ ਹੈ। 1937 ਦੇ ਵਿੱਚ ਹੋਇਆ ਸੀ, ਭੌਰਾ ਵਿਖੇ ਹੋਇਆ ਸੀ, ਅਤੇ ਜਿਹੜੀ ਮੌਤ ਸੀ ਉਹ 26 ਨਵੰਬਰ 2021 ਦੇ ਵਿੱਚ ਹੋਈ ਹੈ। ਅਤੇ ਇਹਨਾਂ ਦਾ ਨਾਮ ਇੱਕ ਆਪਾਂ ਇੰਪੋਰਟੈਂਸ ਇਹ ਵੀ ਡਿਸਕਸ ਕਰ ਲਓ ਵੀ ਇਹਨਾਂ ਦਾ ਜਨਮ ਹੈ ਜਿਹੜਾ ਉਹ ਪਹਿਲਾਂ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਮਾਸਟਰ ਕੇਡਰ ਦਾ ਪੇਪਰ ਸੀ ਜਿਹੜਾ, ਠੀਕ ਹੈ, ਉਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀਆਂ ਰਚਨਾਵਾਂ, ਤਿਲ ਚੌਲੀ, ਮਨੁੱਖ ਦੀ ਪੈੜ, ਕਾਠ ਦੀ ਲੱਤ, ਪਛਾਣ, ਮੂਣ ਦੀ ਅੱਖ, ਬਾਕੀ ਸਭ ਸੁੱਖ ਸਾਂਦ ਹੈ। ਤਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਠੀਕ ਹੈ ਜੀ। ਇਹਨਾਂ ਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਇਕਾਂਗੀਕਾਰ। ਤਾਂ ਇਕਾਂਗੀਕਾਰ ਕਿਹੜੇ ਨੇ ਜਿਹੜੇ ਤੁਹਾਡੇ ਅਕੋਰਡਿੰਗ ਆਪਾਂ ਡਿਸਕਸ਼ਨ ਜਿਹੜੇ ਉਹ ਕਰਨ ਜਾ ਰਹੇ ਹਾਂ। ਜਿਹੜਾ ਆਪਣਾ ਸਿਲੇਬਸ ਸੀ ਇਹਦੇ ਅਕੋਰਡਿੰਗ ਹੀ ਆਪਾਂ ਡਿਸਕਸ ਕਰਾਂਗੇ। ਇਕਾਂਗੀਕਾਰ ਦੇਖੋ ਜੀ ਬਲਵੰਤ ਗਾਰਗੀ। ਬਲਵੰਤ ਗਾਰਗੀ ਦਾ ਜਨਮ ਸੀ ਜਿਹੜਾ ਉਹ 1918 ਦੇ ਵਿੱਚ ਹੋਇਆ ਸੀ, ਅਤੇ 2003 ਦੇ ਵਿੱਚ ਇਸ ਦੀ ਮੌਤ ਹੋ ਗਈ ਸੀ। ਇਹਨਾਂ ਦੀਆਂ ਰਚਨਾਵਾਂ ਨੇ ਕੁਆਰੀ ਟੀਸੀ, ਬੇਬੇ, ਪੱਤਨ ਦੀ ਬੇੜੀ, ਜੋ ਪਹਿਲਾਂ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਮਾਸਟਰ ਕੇਡਰ ਦੇ ਵਿੱਚ, ਪੱਤਨ ਦੀ ਬੇੜੀ, ਦੋ ਪਾਸੇ, ਦਸਬੰਧ, ਦੁੱਧ ਦੀਆਂ ਧਾਰਾਂ, ਚਾਕੂ, ਪੈਂਤੜੇਬਾਜ਼, ਲੋਹਾ ਕੁੱਟ, ਨਵਾਂ ਮੁੱਢ, ਬਿਸਪੇਦਾਰ, ਸੈਲ ਪੱਥਰ, ਘੁੱਗੀ, ਕੇਸਰੋ, ਸੋਹਣੀ, ਮਹੀਂਵਾਲ। ਇਸ ਤੋਂ ਬਿਨਾਂ ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈਥਾਲ, ਸੁਲਤਾਨ ਰਜੀਆ, ਕੱਕਾ, ਰੇਤ, ਸੌਕਣ, ਮਿਰਜ਼ਾ ਸਾਹਿਬਾ, ਬੰਬ ਕੇਸ, ਜੋ ਕਿ 10ਵੀਂ ਕਲਾਸ ਦੇ ਵਿੱਚ ਸਿਲੇਬਸ ਦੇ ਵਿੱਚ ਵੀ ਲਗਾਈ ਗਈ ਹੈ, ਬੰਬ ਕੇਸ ਇਕਾਂਗੀ। ਠੀਕ ਹੈ ਜੀ। ਇਸ ਤੋਂ ਬਾਅਦ ਇੱਕ ਚੀਜ਼ ਇੰਪੋਰਟੈਂਟ ਕੀ ਹੈ ਕਿ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੀ ਸਥਾਪਨਾ ਵੀ ਕੀਤੀ ਸੀ ਬਲਵੰਤ ਗਾਰਗੀ ਨੇ। ਗੁਰਸ਼ਰਨ ਸਿੰਘ। ਤਾਂ ਗੁਰਸ਼ਰਨ ਸਿੰਘ ਦੀਆਂ ਪ੍ਰਮੁੱਖ ਰਚਨਾਵਾਂ ਦੇ ਵਿੱਚ ਹੈ ਨਾਇਕ ਇਕਾਂਗੀ, ਬਾਬਾ ਬੋਲਦਾ ਹੈ, ਨਵਾਂ ਜਨਮ ਅਤੇ ਹੋਰ ਨਾਟਕ, ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਘੁੰਮਣ ਘੇਰੀਆਂ, ਸੀਸ ਤਲੀ ਅਤੇ ਧਮਕ ਨਗਾਰੇ ਦੀ। ਤਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਇਸ ਤੋਂ ਬਿਨਾਂ ਇਹਨਾਂ ਨੇ 1994 ਈਸਵੀ ਦੇ ਵਿੱਚ ਪੰਜਾਬੀ ਟੈਲੀ ਫਿਲਮ ਸਕ੍ਰਿਪਟ ਦਾ ਪੁਰਸਕਾਰ ਵੀ ਇਹਨਾਂ ਨੇ ਪ੍ਰਾਪਤ ਕੀਤਾ ਸੀ। ਠੀਕ ਹੈ ਜੀ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਅਗਲਾ ਜੋ ਇਕਾਂਗੀਕਾਰ ਹੈ ਸਤੀਸ਼ ਕੁਮਾਰ ਵਰਮਾ। ਇਹ ਇੱਕ ਫਿਲਮ ਡਾਇਰੈਕਟਰ ਨੇ। ਠੀਕ ਹੈ। ਅਤੇ ਇਹਨਾਂ ਦਾ ਜਿਹੜਾ ਜਨਮ ਸੀ ਉਹ 4 ਸਤੰਬਰ 1955 ਦੇ ਵਿੱਚ ਸਨੌਰ ਵਿਖੇ ਹੋਇਆ ਸੀ। ਰਚਨਾਵਾਂ ਨੇ ਇਹਨਾਂ ਦੀਆਂ ਭਾਰਤ ਆਉਣ ਤੱਕ ਇਕਾਂਗੀ, ਜੋ 10ਵੀਂ ਕਲਾਸ ਦੇ ਸਿਲੇਬਸ ਵਿੱਚ ਵੀ ਲਗਾਈ ਗਈ ਹੈ।
ਇਸ ਤੋਂ ਬਿਨਾਂ ਬੋਦੀ ਵਾਲਾ ਤਾਰਾ, ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਠੀਕ ਹੈ, ਇਹਨਾਂ ਨੂੰ ਤੇ ਸਟਾਰ ਲਗਾ ਕੇ ਇਹਨਾਂ ਨੂੰ ਨੋਟ ਜ਼ਰੂਰ ਕਰ ਲਿਓ। ਈਸ਼ਵਰ ਚੰਦਰ ਨੰਦਾ, ਤਾਂ ਈਸ਼ਵਰ ਚੰਦਰ ਨੰਦਾ ਨੇ ਜਿਹੜੇ ਇਹਨਾਂ ਨੂੰ ਪਿਤਾਮਾ ਮੰਨਿਆ ਜਾਂਦਾ ਹੈ ਪੰਜਾਬੀ ਨਾਟਕ ਦਾ। ਠੀਕ ਹੈ, ਤਾਂ ਇਹਨਾਂ ਦੀ ਜਿਹੜੀ ਇਕਾਂਗੀ ਸੀ, ਠੀਕ ਹੈ, ਦੁਲਹਨ ਦੇ ਨਾਲ ਸ਼ੁਰੂਆਤ ਹੁੰਦੀ ਹੈ। ਤਾਂ ਰਚਨਾਵਾਂ ਪ੍ਰਮੁੱਖ ਹੋ ਜਾਂਦੀਆਂ ਨੇ, ਜਿਵੇਂ ਸੁਭਦਰਾ, ਬਾਰਘਰ, ਸ਼ਾਮੂ ਸ਼ਾਹ, ਸੋਸ਼ਲ ਸਰਕਲ, ਝਲਕਾਰੇ, ਲਿਸ਼ਕਾਰੇ, ਚਮਕਾਰੇ। ਠੀਕ ਹੈ, ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਪਹਿਲੇ ਇਕਾਂਗੀਕਾਰ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਈਸ਼ਵਰ ਚੰਦਰ ਨੰਦਾ। ਠੀਕ ਹੈ ਜੀ, ਅਤੇ ਇਹਨਾਂ ਦਾ ਜਨਮ 1892 ਦੇ ਵਿੱਚ ਹੋਇਆ ਅਤੇ ਮੌਤ ਸੀ ਜਿਹੜੀ ਇਹਨਾਂ ਦੀ 1965 ਦੇ ਵਿੱਚ ਹੋ ਗਈ ਸੀ। ਜਨਮ ਗਾਂਧੀਆ ਪੁਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ। ਇਹ ਇੰਪੋਰਟੈਂਟ ਚੀਜ਼ਾਂ ਨੇ, ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਡਾਕਟਰ ਆਤਮਜੀਤ, ਜਨਮ 1950 ਈਸਵੀ ਵਿੱਚ ਹੋਇਆ ਸੀ, ਅੱਜ ਕੱਲ੍ਹ ਵੀ ਸਰਗਰਮ ਨੇ। ਰਚਨਾਵਾਂ ਨੇ ਇਹਨਾਂ ਦੀਆਂ ਹਵਾ ਮਹਿਲ, ਕਾਬਰਿਸਤਾਨ, ਤੱਤੀ ਤਵੀ ਦਾ ਸੱਚ, ਜੋ ਇੱਕ ਇੰਪੋਰਟੈਂਟ ਰਚਨਾ ਹੈ। ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ। ਪਾਲੀ ਭੁਪਿੰਦਰ ਸਿੰਘ, ਤਾਂ ਪਾਲੀ ਭੁਪਿੰਦਰ ਸਿੰਘ ਹੈ ਜਿਹੜਾ, ਇਹਨਾਂ ਦੀਆਂ ਰਚਨਾਵਾਂ ਨੇ ਜੀ ਰਾਤ ਚਾਨਣੀ, ਚੰਦਨ ਦੇ ਓਲੇ, ਮੈਂ ਫਿਰ ਆਵਾਂਗਾ, ਇੱਕ ਸੁਪਨੇ ਦਾ ਪੋਲੀਟੀਕਲ ਮਰਡਰ, ਉਸ ਨੂੰ ਕਹੀਂ, ਘਰ ਗੁੰਮ ਹੈ, ਇੱਕ ਕੁੜੀ, ਜ਼ਿੰਦਗੀ ਉਡੀਕਦੀ ਹੈ, ਲੀਰਾਂ ਦੀ ਗੁੱਡੀ। ਤਾਂ ਇਹ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਪਾਲੀ ਭੁਪਿੰਦਰ ਦੀਆਂ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਵਿੱਚ ਯੋਗਦਾਨ ਲਈ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ IC ਨੰਦਾ ਅਵਾਰਡ ਮਿਲ ਚੁੱਕਿਆ ਹੈ। ਠੀਕ ਹੈ, ਇਹ ਚੀਜ਼ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੱਲੋਂ ਇਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਵੀ ਮਿਲ ਚੁੱਕੇ ਹੈ। ਸੰਸਥਾ ਪੀਪਲਜ਼ ਫੋਰਮ ਬਰਗਾੜੀ ਵੱਲੋਂ ਇਹਨਾਂ ਨੂੰ ਨੌਰਾ ਰਿਚਰਡ ਅਵਾਰਡ ਵੀ ਮਿਲ ਚੁੱਕੀ ਹੈ। ਠੀਕ ਹੈ ਜੀ, ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ, ਇੱਥੇ ਪਹਿਲਾਂ ਆਪਾਂ ਇੱਕ ਚੀਜ਼ ਡਿਸਕਸ ਕਰ ਲੈਂਦੇ ਹਾਂ ਕਿ ਜਿਹੜੇ ਇਹ ਕਵੀ ਨੇ, ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਸਾਹਿਤ ਅਕਾਦਮੀ ਪੁਰਸਕਾਰ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਆਪਾਂ ਉਹ ਡਿਸਕਸ ਕਰ ਲੈਂਦੇ ਹਾਂ ਵੀ ਕਿਹੜੇ ਕਵੀ ਨੂੰ ਕਿਸ ਰਚਨਾ ਦੇ ਲਈ ਅਤੇ ਕਦੋਂ ਅਵਾਰਡ ਹੈ ਜਿਹੜਾ ਇਹ ਮਿਲ ਚੁੱਕਿਆ ਹੈ। ਇਹ ਚੀਜ਼ ਆਪਾਂ ਹੁਣ ਡਿਸਕਸ ਕਰਦੇ ਹਾਂ। ਜਿਹੜਾ ਸਾਹਿਤ ਅਕਾਦਮੀ ਪੁਰਸਕਾਰ ਹੈ ਇਹ 1955 ਤੋਂ ਲੈ ਕੇ ਹੁਣ ਤੱਕ ਹਰ ਸਾਲ ਦਿੱਤਾ ਜਾਂਦਾ ਹੈ, ਪਰ ਕੁਝ ਕੁ ਸਾਲ ਨੇ ਜਿਹੜੇ ਵਿੱਚੋਂ ਨਹੀਂ ਦਿੱਤਾ ਗਿਆ, ਸਕਿਪ ਹੋ ਗਿਆ ਕਿਸੇ ਅਲੱਗ-ਅਲੱਗ ਕਾਰਨਾਂ ਦੇ ਕਰਕੇ। ਠੀਕ ਹੈ, ਤਾਂ ਉਹ ਚੀਜ਼ ਵੀ ਆਪਾਂ ਡਿਸਕਸ ਕਰਾਂਗੇ। ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜੋ ਵੀ ਕਵੀ ਨੇ ਉਹਨਾਂ ਦੇ ਸਾਹਿਤ ਅਕਾਦਮੀ ਪੁਰਸਕਾਰ ਦਾ ਤੁਸੀਂ ਨਾਲ ਯਾਦ ਕਰੋਗੇ, ਬਟ ਅਸੀਂ ਤੁਹਾਨੂੰ ਸਾਰੇ ਹੀ ਡਿਸਪਲੇ ਕਰਾਂਗੇ। ਠੀਕ ਹੈ, ਇਸ ਦੇ ਵਿੱਚੋਂ ਜੋ ਇੰਪੋਰਟੈਂਟ ਚੀਜ਼ਾਂ ਨੇ ਤੁਸੀਂ ਨੋਟ ਕਰੀ ਚੱਲਿਓ। ਅਤੇ ਇਸ ਦੇ ਵਿੱਚ ਕੁਝ ਰਾਸ਼ੀ ਹੈ ਜਿਹੜੀ, ਕੁਝ ਨਗਦ ਰਾਸ਼ੀ ਹੈ ਉਹ ਫਿਕਸ ਕੀਤੀ ਗਈ ਹੈ, ਜਿਸ ਦੇ ਵਿੱਚ ਕਈ ਵਾਰ ਜਿਹੜਾ ਹੁਣ ਤੱਕ ਇਜ਼ਾਫਾ ਹੋ ਚੁੱਕਿਆ ਹੈ। ਅਤੇ 2009 ਤੋਂ ਲੈ ਕੇ ਇਹ ਰਾਸ਼ੀ ਜਿਹੜੀ ਲਗਭਗ 1 ਲੱਖ ਰੁਪਏ ਇਸ ਦੇ ਵਿੱਚ ਦਿੱਤਾ ਜਾਂਦਾ ਹੈ। ਅਤੇ ਆਪਾਂ ਡਿਸਕਸ ਕਰਦੇ ਹਾਂ 1955 ਤੋਂ ਲੈ ਕੇ 2022 ਤੱਕ ਜੋ ਅਵਾਰਡ ਨੇ ਜਿਹੜੇ ਇਹ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕੇ ਨੇ। ਇਸ 'ਤੇ ਪੂਰੀ ਡਿਟੇਲ ਹੈ ਜਿਹੜੀ ਉਹ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਹੋ ਰਹੀ ਹੈ। ਪਲੀਜ਼ ਇਹ ਚੀਜ਼ ਨੂੰ ਨਾਲ ਦੀ ਨਾਲ ਤੁਸੀਂ ਨੋਟ ਕਰ ਲਓ। ਤਾਂ ਇਸ ਤਰੀਕੇ ਨਾਲ 2022 ਤੱਕ ਦੇ ਜਿਹੜੇ ਅਵਾਰਡ ਨੇ ਉਹ ਤੁਹਾਨੂੰ ਅਸੀਂ ਨੋਟ ਕਰਵਾ ਦਿੱਤੇ ਨੇ। ਠੀਕ ਹੈ ਜੀ, ਅਦਰਵਾਈਜ਼ ਤੁਸੀਂ ਇਸ ਨੂੰ ਰੋਕ ਕੇ ਵੀਡੀਓ ਨੂੰ ਬੈਕ ਕਰਕੇ ਦੇਖ ਸਕਦੇ ਹੋ। ਠੀਕ ਹੈ, ਤਾਂ ਇਹ 22 ਤੱਕ ਦੇ ਅਵਾਰਡ ਸੀ ਸਾਹਿਤ ਅਕਾਦਮੀ ਪੁਰਸਕਾਰ, ਅਤੇ ਇਸ ਦੇ ਵਿੱਚੋਂ ਉਹ ਈਅਰ ਵੀ ਮੈਂਸ਼ਨ ਨੇ ਜਿਨ੍ਹਾਂ ਦੇ ਵਿੱਚ ਪੁਰਸਕਾਰ ਨਹੀਂ ਦਿੱਤਾ ਗਿਆ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਨੈਕਸਟ ਡਿਸਕਸ ਕਰਦੇ ਹਾਂ ਜੀ ਅਗਲਾ ਭਾਗ। ਵਿਆਕਰਨ ਦੇ ਵਿੱਚੋਂ ਅਸੀਂ ਪੰਜਾਬੀ ਭਾਸ਼ਾ ਵਾਲਾ ਟੌਪਿਕ ਸਟਾਰਟ ਕਰ ਰਹੇ ਹਾਂ। ਤਾਂ ਇਸ ਦੇ ਵਿੱਚ ਕੀ ਹੈ ਜੀ, ਪਹਿਲਾਂ ਪੰਜਾਬੀ ਭਾਸ਼ਾ, ਪਹਿਲਾਂ ਆਪਾਂ ਭਾਸ਼ਾ ਨੂੰ ਸਮਝਦੇ ਹਾਂ। ਭਾਸ਼ਾ ਕੀ ਹੈ ਕਿ ਮਨੁੱਖ ਦੇ ਮਨ ਵਿੱਚ ਜੋ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਦਾ ਸੰਚਾਰ ਕਰਨ ਦਾ ਇੱਕ ਸਾਧਨ ਹੈ। ਠੀਕ ਹੈ ਜੀ, ਅਤੇ ਪੰਜਾਬੀਆਂ ਦੇ ਮਨਾਂ ਦੀਆਂ ਭਾਵਨਾਵਾਂ ਨੂੰ ਸੰਚਾਰ ਕਰਨ ਦਾ ਜਿਹੜਾ ਸਾਧਨ ਉਸ ਨੂੰ ਅਸੀਂ ਪੰਜਾਬੀ ਭਾਸ਼ਾ ਕਹਿਤਾ। ਠੀਕ ਹੈ ਜੀ, ਅਤੇ ਆਪਾਂ ਡਿਸਕਸ ਕਰਦੇ ਹਾਂ ਮਨੁੱਖ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਜੋ ਸਾਧਨ ਵਰਤਦਾ ਹੈ ਉਸ ਨੂੰ ਅਸੀਂ ਭਾਸ਼ਾ ਜਾਂ ਬੋਲੀ ਆਖਦੇ ਹਾਂ। ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ, ਲਿਖਤੀ ਜਿਸ ਦੇ ਵਿੱਚ ਮਨੁੱਖ ਆਪਣੇ ਭਾਵ ਲਿਖ ਕੇ ਪੇਸ਼ ਕਰਦਾ ਹੈ, ਅਤੇ ਇੱਕ ਬੋਲਚਾਲ ਦੀ ਬੋਲੀ ਹੋ ਸਕਦੀ ਹੈ ਜਿਸ ਦੇ ਵਿੱਚ ਮਨੁੱਖ ਆਪਣੇ ਭਾਵ ਜਿਹੜੇ ਉਹ ਬੋਲ ਕੇ ਪੇਸ਼ ਕਰਦਾ ਹੈ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਸਾਡੇ ਸੰਵਿਧਾਨ ਦੇ ਵਿੱਚ ਭਾਰਤ ਵਿੱਚ 22 ਭਾਸ਼ਾਵਾਂ
ਨੂੰ ਮਾਨਤਾ ਪ੍ਰਾਪਤ ਹੈ, ਜਿਸ ਦੇ ਵਿੱਚ ਸੰਸਕ੍ਰਿਤ, ਹਿੰਦੀ, ਉਰਦੂ, ਕਸ਼ਮੀਰੀ, ਡੋਗਰੀ, ਪੰਜਾਬੀ, ਸਿੰਧੀ, ਨੇਪਾਲੀ, ਸੰਥਾਲੀ, ਬੰਗਲਾ, ਬੋਡੋ, ਅਸਾਮੀ, ਮਣੀਪੁਰੀ, ਗੁਜਰਾਤੀ, ਮਰਾਠੀ, ਮੈਥਿਲੀ, ਉੜੀਆ, ਠੀਕ ਹੈ, ਪੌਂਕਣੀ ਐਂਡ ਕੰਨੜ, ਮਲਿਆਲਮ, ਤਾਮਿਲ ਅਤੇ ਤੇਲਗੂ। ਤਾਂ ਇਹ ਕੁਝ ਜਿਹੜੀਆਂ 22 ਭਾਸ਼ਾਵਾਂ ਨੇ, ਇਹਨਾਂ ਨੂੰ ਇੱਦਾਂ ਹੀ ਯਾਦ ਰੱਖਿਓ। ਅਤੇ ਇਸ ਦੇ ਵਿੱਚੋਂ ਪੰਜਾਬੀ ਭਾਸ਼ਾ ਜਿਹੜੀ ਉਸ ਨੂੰ ਆਪਾਂ ਹੁਣ ਡਿਸਕਸ ਕਰਦੇ ਹਾਂ। ਪੰਜਾਬੀਆਂ ਦੇ ਮਨਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕਰਨ ਵਾਲੀ ਭਾਸ਼ਾ ਪੰਜਾਬੀ ਹੈ। ਇਸ ਨੂੰ ਲਿਖਣ ਲਈ ਸਭ ਤੋਂ ਢੁਕਵੀਂ ਲਿਪੀ ਹੈ ਜਿਹੜੀ ਉਹ ਗੁਰਮੁਖੀ ਹੈ, ਠੀਕ ਹੈ ਜੀ। ਅਤੇ ਪਾਕਿਸਤਾਨੀ ਪੰਜਾਬ ਦੀ ਜਿਹੜੀ ਪੰਜਾਬੀ ਹੈ ਉਸ ਨੂੰ ਸ਼ਾਹਮੁਖੀ ਦੇ ਵਿੱਚ ਲਿਖਿਆ ਜਾਂਦਾ ਹੈ। ਇਹ ਚੀਜ਼ ਨੂੰ ਵੀ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਅਲੱਗ-ਅਲੱਗ ਖੇਤਰਾਂ ਦੇ ਕਾਰਨ ਭਾਸ਼ਾ ਵਿੱਚ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ। ਇਸ ਨੂੰ ਉਪਭਾਸ਼ਾ ਜਾਂ ਉਪਬੋਲੀ ਕਿਹਾ ਜਾਂਦਾ ਹੈ। ਜਿਵੇਂ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ ਅਤੇ ਡੋਗਰੀ ਆਦਿ ਹੋ ਸਕਦੀਆਂ ਨੇ, ਠੀਕ ਹੈ। ਤਾਂ ਆਪਾਂ ਗੱਲ ਕਰਦੇ ਹਾਂ ਉਪਭਾਸ਼ਾ ਕੀ ਹੈ, ਕਿ ਜਿਹੜੇ ਵਖਰੇਵੇਂ ਨੇ, ਮਤਲਬ ਕਿ ਪੂਰੇ ਪੰਜਾਬ ਦੀ ਉਪਭਾਸ਼ਾ ਤਾਂ ਕਹਿਤੀ ਵੀ ਪੰਜਾਬੀ ਹੈ, ਪਰ ਸਾਰਾ ਪੰਜਾਬ ਇੱਕੋ ਜਿਹੀ ਬੋਲੀ ਤਾਂ ਨਹੀਂ ਬੋਲਦਾ, ਉਹਦੇ 'ਚ ਕੁਝ ਨੇ ਜਿਹੜੇ ਉਹ ਫਰਕ ਨੇ, ਇਹਨਾਂ ਨੂੰ ਅਸੀਂ ਉਪਭਾਸ਼ਾ ਆਖਦੇ ਹਾਂ ਜਾਂ ਉਪਬੋਲੀ ਆਖਦੇ ਹਾਂ। ਹੁਣ ਅਸੀਂ ਡਿਸਕਸ ਕਰਦੇ ਹਾਂ ਇਹ ਸਾਰੀਆਂ ਉਪਭਾਸ਼ਾਵਾਂ ਬਾਰੇ। ਜਿਵੇਂ ਮਾਝੀ ਜਿਹੜੀ ਇਹ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਦਾ ਖੇਤਰ ਹੈ, ਠੀਕ ਹੈ। ਅਤੇ ਇਸ ਦੇ ਵਿੱਚ 4 ਜ਼ਿਲ੍ਹੇ ਕਵਰ ਹੁੰਦੇ ਨੇ, ਮੇਨ ਤੌਰ 'ਤੇ ਜ਼ਿਲ੍ਹਿਆਂ ਦੀ ਗੱਲ ਕਰ ਰਹੇ ਹਾਂ ਆਪਾਂ, ਠੀਕ ਹੈ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ, ਇਹ 4 ਜ਼ਿਲ੍ਹੇ ਨੇ ਜਿਹੜੇ ਇਹ ਮਾਝੇ ਦੇ ਵਿੱਚ ਆਪਾਂ ਗਿਣਦੇ ਹਾਂ। ਤਾਂ ਇਹਨਾਂ ਦੀ ਜਿਹੜੀ ਉਪਬੋਲੀ ਆ ਉਹ ਮਾਝੀ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਦੁਆਬਾ। ਪਹਿਲਾਂ ਤਾਂ ਦੁਆਬ ਸ਼ਬਦ ਦਾ ਅਰਥ ਹੈ ਜਿਹੜਾ ਇਹ ਸਮਝੋ, ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ 2 ਆਬਾਂ ਦੇ ਵਿਚਕਾਰ ਦਾ ਖੇਤਰ, 2 ਆਬਾਂ ਦੀ ਧਰਤੀ, ਠੀਕ ਹੈ ਜੀ। ਤਾਂ ਸਤਲੁਜ ਅਤੇ ਬਿਆਸ ਦੇ ਵਿਚਕਾਰਲਾ ਜਿਹੜਾ ਖੇਤਰ ਹੈ ਇਸ ਨੂੰ ਅਸੀਂ ਦੁਆਬਾ ਆਖਦੇ ਹਾਂ। ਇਹ ਦੁਆਬੇ ਦੇ ਵਿੱਚ ਮੇਨ ਤੌਰ 'ਤੇ 4 ਜ਼ਿਲ੍ਹੇ ਕਵਰ ਹੁੰਦੇ ਨੇ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਨਵਾਂ ਸ਼ਹਿਰ ਹੈ ਨਾ, ਉਹ 4 ਜ਼ਿਲ੍ਹੇ ਨੇ ਜਿਹੜੇ ਇਹ ਕਵਰ ਹੁੰਦੇ ਨੇ ਜੀ ਦੁਆਬੇ ਦੇ ਵਿੱਚ। ਅਤੇ ਇਹਨਾਂ ਦੀ ਉਪਭਾਸ਼ਾ ਜਿਹੜੀ ਉਪਬੋਲੀ ਹੈ ਉਹ ਹੈ ਜੀ ਦੁਆਬੀ। ਇਸ ਤੋਂ ਬਾਅਦ ਹੈ ਜੀ ਮਲਵਈ ਦੇ ਵਿੱਚ ਅਜੋਕੇ ਪੰਜਾਬ ਦੇ ਬਾਕੀ ਜਿਹੜੇ 15 ਜ਼ਿਲ੍ਹੇ ਰਹਿ ਗਏ, ਠੀਕ ਹੈ। ਤਾਂ ਉਹ ਇਸ ਦੇ ਵਿੱਚ ਕਵਰ ਹੋਣਗੇ, ਠੀਕ ਹੈ ਜੀ। ਅਤੇ ਜੇਕਰ ਆਪਾਂ ਗੱਲ ਕਰੀਏ ਪੁਆਧੀ, ਠੀਕ ਹੈ ਜੀ, ਤਾਂ ਪੁਆਧ ਦਾ ਇਲਾਕਾ ਜਿਹੜਾ ਇਹ ਪਹਾੜ ਦੇ ਪੈਰਾਂ ਦਾ ਇਲਾਕਾ ਇਸ ਦਾ ਅਰਥ ਹੈ, ਠੀਕ ਹੈ। ਤਾਂ ਮੋਹਾਲੀ, ਰੋਪੜ ਇਹ ਖੇਤਰ ਹੈ ਜਿਹੜਾ ਇਹ, ਇਸ ਦੇ ਵਿੱਚ ਪੁਆਧੀ ਬੋਲੀ ਜਾਂਦੀ ਹੈ। ਜੇਕਰ ਆਪਾਂ ਮੁਲਤਾਨੀ ਦੀ ਗੱਲ ਕਰੀਏ ਤਾਂ ਪਾਕਿਸਤਾਨ ਵਾਲਾ ਹਿੱਸਾ ਜਿਹੜਾ ਉੱਧਰ ਵੀ ਤਾਂ ਪੰਜਾਬੀ ਹੈਗੀ ਹੈ, ਉਸ ਪੰਜਾਬ ਦੀਆਂ ਉਪਭਾਸ਼ਾਵਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਤਾਂ ਮੁਲਤਾਨੀ ਜਿਹੜੀ ਪਾਕਿਸਤਾਨ ਵਿੱਚ ਸਭ ਤੋਂ ਵੱਧ ਇਹੀ ਉਪਭਾਸ਼ਾ ਵਰਤੀ ਜਾਂਦੀ ਹੈ। ਅਤੇ ਬਹਾਵਲਪੁਰ, ਝੰਗ, ਡੇਰਾ ਗਾਜੀ ਖਾਂ, ਮੁਲਤਾਨ ਇਹ ਇਸ ਦੇ ਪ੍ਰਮੁੱਖ ਖੇਤਰ ਨੇ। ਪੋਠੋਹਾਰੀ ਦੀ ਗੱਲ ਕਰਦੇ ਹਾਂ ਅਸੀਂ, ਪੋਠੋਹਾਰ ਦੇ ਇਲਾਕੇ ਵਿੱਚ ਜਿਵੇਂ ਜੇਹਲਮ, ਕੈਮਲਪੁਰ, ਰਾਵਲਪਿੰਡੀ ਦੇ ਵਿੱਚ ਇਹ ਉਪਭਾਸ਼ਾ ਵਰਤੀ ਜਾਂਦੀ ਹੈ। ਡੋਗਰੀ ਜੋ ਅੱਜ ਕੱਲ੍ਹ ਆਪ ਵੀ ਇੱਕ ਭਾਸ਼ਾ ਦਾ ਹੀ ਰੂਪ ਲੈ ਚੁੱਕੀ ਹੈ, ਮਤਲਬ ਕਿ ਉਪਭਾਸ਼ਾ ਦੇ ਵਿੱਚ ਵੀ ਆਪਾਂ ਇਹਨੂੰ ਗਿਣਦੇ ਹਾਂ, ਪਰ ਇਹ ਮੇਨ ਮੁੱਖ ਭਾਸ਼ਾ ਦਾ ਰੂਪ ਵੀ ਲੈ ਚੁੱਕੀ ਹੈ, ਠੀਕ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਜਿਵੇਂ ਇੱਥੇ ਦੇਖੋ ਜੀ, ਇੱਥੇ ਆਪਾਂ ਨੇ ਜਿਹੜੀਆਂ ਭਾਸ਼ਾਵਾਂ ਦੀ ਗੱਲ ਕੀਤੀ ਸੀ ਨਾ 22 ਭਾਸ਼ਾਵਾਂ ਦੀ, ਉਹਨਾਂ ਦੇ ਵਿੱਚ ਵੀ ਡੋਗਰੀ ਸ਼ਾਮਲ ਹੋ ਰਹੀ ਹੈ। ਪਰ ਡੋਗਰੀ ਜਿਹੜੀ ਇਹ ਮੇਨ ਤੌਰ 'ਤੇ ਆਪਾਂ ਇਹਨੂੰ ਪੰਜਾਬੀ ਦੀ ਉਪਭਾਸ਼ਾ ਦੇ ਵਿੱਚ ਵੀ ਡਿਸਕਸ ਕਰ ਹੀ ਲੈਂਦੇ ਹਾਂ, ਠੀਕ ਹੈ ਜੀ। ਤਾਂ ਜੰਮੂ ਕਸ਼ਮੀਰ, ਕਾਂਗੜਾ, ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕੇ, ਤਾਂ ਜਿੱਦਾਂ ਇਹਦੇ ਕੁਝ ਇਲਾਕਿਆਂ ਦੇ ਵਿੱਚ ਡੋਗਰੀ ਉਪਭਾਸ਼ਾ ਜਿਹੜੀ ਇਹ ਵਰਤੀ ਜਾਂਦੀ ਹੈ। ਕੁਝ ਵਖਰੇਵਿਆਂ ਨੂੰ ਛੱਡ ਕੇ ਸਰਬ ਸਾਂਝੀ ਭਾਸ਼ਾ ਨੂੰ ਮਿਆਰੀ ਜਾਂ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਤਾਂ ਪੰਜਾਬੀ ਦੀਆਂ ਟਕਸਾਲੀ ਭਾਸ਼ਾ ਹੈ ਜਿਹੜੀ ਉਹ ਮਾਝੀ ਹੈ, ਮਤਲਬ ਕਿ ਜਿਹੜੇ ਪੰਜਾਬ ਹੈ ਨਾ, ਪੰਜਾਬ ਉਸ ਦੇ ਵਿੱਚ ਜਿਹੜੇ ਮਤਲਬ ਆਪਾਂ ਸਕੂਲਾਂ ਦੇ ਵਿੱਚ ਕਹਿ ਲਓ, ਅਖਬਾਰਾਂ ਦੇ ਵਿੱਚ ਕਹਿ ਲਓ, ਪ੍ਰਿੰਟ ਮੀਡੀਆ ਦੇ ਵਿੱਚ ਕਹਿ ਲਓ, ਵੀ ਜਿਹੜੀ ਲਿਖਤੀ ਰੂਪ ਹੈ, ਠੀਕ ਹੈ, ਉਹ ਮਾਝੀ ਹੈ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਇਹ ਸਰਬ ਵਿਆਪਕ ਆਪਾਂ ਕਹਿ ਲਈਏ, ਇਸ ਕਰਕੇ ਇਸ ਨੂੰ ਟਕਸਾਲੀ ਜਾਂ ਮਿਆਰੀ ਵੀ ਕਹਿ ਦਿੱਤਾ ਜਾਂਦਾ ਹੈ। ਦਫ਼ਤਰਾਂ, ਸਕੂਲਾਂ, ਕਾਲਜਾਂ, ਰੇਡੀਓ ਆਦਿ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਇਸ ਨੂੰ ਸਾਹਿਤਕ ਭਾਸ਼ਾ ਵੀ ਅਸੀਂ ਕਹਿ ਸਕਦੇ ਹਾਂ। ਤਾਂ ਕੁਝ ਪ੍ਰਸ਼ਨ ਅਭਿਆਸ ਦੇ ਲਈ ਨੇ ਜਿਨ੍ਹਾਂ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੋਏਗਾ। ਪੰਜਾਬ ਦੀ ਬੋਲੀ ਕਿਹੜੀ ਹੈ, ਕਮੈਂਟ ਬਾਕਸ ਦੇ ਵਿੱਚ ਦੱਸਿਓ ਇਹਨਾਂ ਨੂੰ। ਮਨੁੱਖ ਆਪਣੇ ਭਾਵਾਂ ਦੇ ਵਿਚਾਰਾਂ ਨੂੰ ਕਿਸ ਮਾਧਿਅਮ ਰਾਹੀਂ ਪੇਸ਼ ਕਰਦਾ ਹੈ, ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਪੰਜਾਬੀ ਦੀ ਲਿਪੀ ਕਿਹੜੀ ਹੈ, ਇਹ ਸਭ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ, ਕਿਉਂਕਿ ਆਪਾਂ ਵੀਡੀਓ ਦੇ ਵਿੱਚ ਇਹ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ। ਹੁਣ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ। ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਬੋਲ ਕੇ ਜਦੋਂ ਅਸੀਂ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਨੇ, ਪੰਜਾਬੀ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ, ਪੰਜਾਬੀ ਵਰਣਮਾਲਾ ਵਿੱਚ ਪੈਰਬਿੰਦੀ ਵਾਲੇ ਕਿੰਨੇ ਅੱਖਰ ਹਨ। ਅਤੇ ਇੱਕ ਲਾਸਟ ਵਿੱਚ ਅਸੀਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਹੈ, ਪੰਜਾਬੀ ਵਿੱਚ ਸਵਰ ਵਾਹਕ ਦੱਸਣੇ ਨੇ, ਪੰਜਾਬ ਦੀ ਰਾਜਧਾਨੀ, ਠੀਕ ਹੈ। ਪੰਜਾਬੀ ਬੋਲੀ ਨੂੰ ਹੋਰ ਕੀ ਕਹਿ ਸਕਦੇ ਹਾਂ ਅਸੀਂ। ਤਾਂ ਇਸ ਤਰੀਕੇ ਨਾਲ ਇਹ ਆਪਣੀ ਅੱਜ ਦੀ ਕਲਾਸ ਜਿਹੜੀ ਹੋ ਗਈ ਜੀ ਸਮਾਪਤ। ਅਤੇ ਲਾਸਟ ਵਿੱਚ ਅਸੀਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਹੈ, ਤੁਹਾਡੇ ਜਿਹੜੇ ਬਾਕੀ ਟੋਪਿਕ ਰਹਿ ਗਏ ਉਹਨਾਂ ਨੂੰ ਮੈਂ ਹੱਲ ਦੱਸਦਾ ਤੁਹਾਨੂੰ, ਉਹਨਾਂ ਦੇ ਕੀ ਸੋਲੂਸ਼ਨ ਹੈ।
ਤੁਸੀਂ ਜਿਹੜੇ ਵੀ ਤੁਹਾਡੇ ਟੌਪਿਕ ਨੇ ਉਹ ਸਭ ਇਸ ਦੇ ਵਿੱਚ ਕਵਰ ਹੋਣਗੇ ਜੀ। ਠੀਕ ਹੈ, ਇਹ ਕਲਾਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗਾ, ਕਿਉਂਕਿ ਡਿਟੇਲਡ ਚੀਜ਼ ਹੈ ਇਹ ਪੂਰੀ। ਜੇ ਮੈਂ ਤੁਹਾਨੂੰ ਅੱਜ ਹੁਣ 15 ਮਿੰਟ 'ਚ ਹੋਰ ਕਰਵਾ ਦਿੰਦਾ ਤਾਂ ਓਨੀ ਚੀਜ਼ ਨਹੀਂ ਗੱਲ ਬਣਨੀ ਸੀ। ਪੂਰੀ ਇੱਕ ਮੈਰਾਥਨ ਬਣੀ ਹੋਈ ਹੈ ਜੀ, ਜਿਸ ਦੇ ਵਿੱਚੋਂ ਕੋਈ ਨੰਬਰ ਤੁਹਾਡਾ ਕੱਟ ਹੀ ਨਹੀਂ ਸਕਦਾ, ਚਾਹੇ ਕਿਸ ਵੀ ਲੈਵਲ ਦਾ ਤੁਸੀਂ ਪੰਜਾਬੀ ਦਾ ਪੇਪਰ ਦੇ ਲਿਓ। ਠੀਕ ਹੈ, ਤਾਂ ਇਹ ਕਲਾਸ 1 ਠੀਕ ਹੈ ਮੈਰਾਥਨ ਦੇਖਿਓ, ਅਤੇ ਇੱਕ ਮੈਰਾਥਨ ਇਹ ਹੈ। ਇਹ ਦੋਨਾਂ ਮੈਰਾਥਨਾਂ ਦੇ ਲਿੰਕ ਨੇ ਜਿਹੜੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਕੇ ਜਾ ਰਿਹਾ। ਠੀਕ ਹੈ, ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਹ ਵਿਆਕਰਨ ਦੇ ਜਿਹੜੇ 1-2 ਟੌਪਿਕ ਰਹਿ ਗਏ ਇਹਨਾਂ ਨੂੰ ਜ਼ਰੂਰ ਕਵਰ ਕਰ ਲਓ। ਅਤੇ ਇਸ ਤੋਂ ਬਿਨਾਂ ਆਪਾਂ ਅੱਜ ਸਾਹਿਤ ਵਾਲਾ ਜਿਹੜਾ ਸਾਰਾ ਪੋਰਸ਼ਨ ਸੀ ਇਹ ਕੰਪਲੀਟ ਕਰ ਲਿਆ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕਸ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਚੈੱਕ ਕਰਿਓ। ਥੈਂਕ ਯੂ।